प्रमुख समाज सेवक व बिजनेसमैन और विभिन्न धार्मिक सामाजिक जथेबंदियों के प्रतिनिधि सरदार परमजीत सिंह सचदेवा जी के साथ किसान आंदोलन को लेकर दलजीत अजनोहा की ओर से की गई विशेष बात, क्या कहा उन्होंने, आओ देखते हैं PNI मानव पर। सत श्री अकाल दोस्तों, मैं थोड़ा होस्ट दोस्त दलजीत अजनोहा। ਅਸੀਂ ਅਕਸਰ ਗੱਲਬਾਤ ਕਰਦੇ ਹਾਂ ਕਿਸਾਨ ਅੰਦੋਲਨ ਦੀ। ਅੱਜ 100 ਦਿਨ ਤੋਂ ਵੱਧ ਕਿਸਾਨ ਅੰਦੋਲਨ ਨੂੰ ਹੋ ਗਿਆ ਤੇ ਕਿਸਾਨ ਜਿਹੜੇ ਆ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਬੈਠੇ ਆ, ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਤੇ ਪਲਵਲ ਤੇ ਵੀ, ਤੇ ਵੱਖ-ਵੱਖ ਥਾਵਾਂ ਤੇ ਜਿੱਥੇ ਕਿਸ ਤਰ੍ਹਾਂ ਦਾ ਪ੍ਰੋਟੈਸਟ ਕਰਦੇ ਆ ਉਹ ਆਪਣੇ ਤਰੀਕੇ ਨਾਲ ਕਰ ਰਹੇ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜਾ ਆ ਜਿਵੇਂ ਇਲੈਕਸ਼ਨਾਂ ਚੱਲ ਰਹੀਆਂ 50 ਸਟੇਟਾਂ ਦੇ ਵਿੱਚ, ਪੱਛਮੀ ਬੰਗਾਲ 'ਚ, ਕੇਰਲਾ 'ਚ, ਤਾਮਿਲਨਾਡੂ 'ਚ, ਪਾਂਡੂ ਅਸਾਮ ਦੇ ਵਿੱਚ, ਤੇ ਸਾਡੇ ਕਿਸਾਨ ਆਗੂ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਸੀਗੇ ਉਹਨਾਂ ਨੇ ਇੱਕ ਫੈਸਲਾ ਲਿਆ ਸੀਗਾ ਵੀ ਜਿਹੜੇ ਕਿਸਾਨ ਆਗੂ ਆ ਉਹ ਪੱਛਮੀ ਬੰਗਾਲ ਦੇ ਵਿੱਚ ਜਾ ਕੇ BJP ਦਾ, ਕੇਂਦਰ ਸਰਕਾਰ ਦਾ ਵਿਰੋਧ ਕਰਨਗੇ। ਅਸੀਂ ਉਸ ਮੁੱਦੇ ਨੂੰ ਲੈ ਕੇ ਵੱਖ-ਵੱਖ ਲੋਕਾਂ ਦੇ ਨਾਲ, ਵੱਖ-ਵੱਖ ਸੈਲੀਬ੍ਰਿਟੀਜ਼ ਦੇ ਨਾਲ ਗੱਲ ਕਰਦੇ ਹਾਂ। ਜਿਹੜੇ ਸੈਲੀਬ੍ਰਿਟੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਆ, ਕਿਸੇ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਖੋਰ ਜੋੜ ਕੇ ਗੱਲ ਦੱਸਦੇ ਆ ਵੀ ਅਸੀਂ ਉਹਨਾਂ ਦੇ ਨਾਲ ਆ, ਪਰ ਬਹੁਤ ਸਾਰੇ ਲੋਕ ਜਿਹੜੇ ਆ ਉਹ ਗੱਲ ਕਰਦੇ ਆ ਸਾਡੀ ਜ਼ਮੀਨ ਨਹੀਂ, ਸਾਡੀ ਜ਼ਮੀਰ ਆ। ਇਹੋ ਜਿਹੇ ਲੋਕਾਂ ਦੀ ਲਾਈਨ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਪਰਮਜੀਤ ਸਿੰਘ ਜੀ ਸਚਦੇਵਾ, ਜਿਹੜੇ ਕਿ ਕਿਸਾਨ ਅੰਦੋਲਨ ਦੇ ਨਾਲ ਹੋਰ ਵੀ ਜਦੋਂ ਵੱਖ-ਵੱਖ ਮੁੱਦੇ ਭਖਦੇ ਆ ਜਾਂ ਜਨ ਹਿੱਤ ਦੀ ਕਿਤੇ ਪ੍ਰੋਬਲਮ ਹੁੰਦੀ ਆ, ਜਨ ਹਿੱਤ ਦੀ ਗੱਲ ਕਰਨ ਲਈ ਹੁਸ਼ਿਆਰਪੁਰ ਦੇ ਵਿੱਚ, ਦੁਆਬੇ ਦੇ ਵਿੱਚ ਇਸ ਸ਼ਖਸੀਅਤ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ। ਉਸੇ ਲੜੀ ਦੇ ਤਹਿਤ ਅਸੀਂ ਪਰਮਜੀਤ ਸਚਦੇਵਾ ਜੀ ਦੇ ਨਾਲ ਗੱਲ ਕਰਾਂਗੇ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਜਿਹੜਾ ਹੁਣ ਇਸ ਵੇਲੇ 100 ਦਿਨ ਤੋਂ ਉੱਪਰ ਹੋਇਆ ਉਹ ਕਿਸਾਨ ਅੰਦੋਲਨ ਕਿਸ ਮੁਕਾਮ 'ਤੇ ਆ, ਕਿਸ ਤਰ੍ਹਾਂ ਉਹਨੂੰ ਲੈ ਰਹੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਜਿਹੜਾ ਅਸੀਂ ਗੱਲ ਕਰਦੇ ਸੀ ਕਿਸਾਨ ਅੰਦੋਲਨ ਨੂੰ ਲੈ ਕੇ, ਅਸੀਂ ਗੱਲ ਕਰਦੇ ਜਿਹੜਾ ਅੱਜ ਕਿਸਾਨ ਅੰਦੋਲਨ ਆ ਉਹ ਕਿਸ ਮੁਕਾਮ 'ਤੇ ਆ ਤੁਹਾਡੀ, ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ ਉਹਨੂੰ? ਮੈਂ ਕਿਸਾਨ ਅੰਦੋਲਨ ਨੂੰ ਦੇਖੋ, ਆਪਾਂ ਪਹਿਲਾਂ ਵੀ ਵਾਰ-ਵਾਰ ਗੱਲ ਕਰਦੇ ਹਾਂ, ਸਰਕਾਰ ਕਹਿੰਦੀ ਹੈ ਜੀ ਮੈਂ ਜਿਹੜੇ ਕਾਨੂੰਨ ਲੈ ਕੇ ਆਏ ਹਾਂ ਇਹ ਕਿਸਾਨਾਂ ਦੇ ਭਲੇ ਲਈ ਲੈ ਕੇ ਆਏ ਹਾਂ, ਤੇ ਜਦਕਿ ਕਿਸਾਨ ਕਹਿੰਦੇ ਆ ਜੀ ਇਹ 'ਚ ਸਾਡਾ ਭਲਾ ਨਹੀਂ, ਇਹ ਸਾਡੇ ਡੈਥ ਵਾਰੰਟ ਆ ਜੀ। ਹੁਣ ਜੇ ਆਪਾਂ ਪੂਰਾ ਇਹਨੂੰ ਨਿਊਟਰਲ ਹੋ ਕੇ ਸਾਰਾ ਕੁਝ ਦੇਖੀਏ, ਅੱਜ ਦੀ ਤਰੀਕ 'ਚ ਜਿਹੜੀ ਦੇਸ਼ ਦੇ ਵਿੱਚ ਕਿਸਾਨੀ ਆ ਉਹ ਤਕਲੀਫ ਦੇ ਵਿੱਚ ਹੈ। ਪੂਰੇ ਦੇਸ਼ ਵਿੱਚ ਚਾਹੇ ਸਾਊਥ ਹੋਏ, ਚਾਹੇ ਪੰਜਾਬ ਹੋਏ, ਚਾਹੇ ਕੋਈ ਸਟੇਟ ਲੈ ਜਾਓ, ਹਰ ਸਟੇਟ ਦੇ ਵਿੱਚ ਆਏ ਦਿਨ ਖਬਰਾਂ ਆਉਂਦੀਆਂ ਕਿਸਾਨਾਂ ਦੀਆਂ ਖੁਦਕੁਸ਼ੀ ਦੀਆਂ। ਇਹਦਾ ਮਤਲਬ ਇਹ ਹੈ ਸਿੱਧੇ ਸਪਸ਼ਟ ਸ਼ਬਦਾਂ 'ਚ ਵੀ ਕਿਸਾਨੀ ਦੇ ਵਿੱਚ ਜੋ ਸਿਸਟਮ ਇਹ ਦੇਸ਼ ਦਾ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੇ ਉਹ 'ਚ ਊਣਤਾਈਆਂ ਨੇ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਸਰਕਾਰ ਦਾ ਵੀ ਕਹਿਣਾ ਇਹੀ ਹੈ ਔਰ ਕਿਸਾਨ ਵੀ ਇਹੀ ਮੰਨਦੇ ਨੇ ਵੀ ਸਾਡੇ ਕਿਸਾਨੀ ਦੇ ਵਿੱਚ ਪ੍ਰੋਬਲਮ ਹੈਗੀ ਹੈ, ਤੇ ਸਰਕਾਰ ਦਾ ਕਹਿਣਾ ਇਹ ਹੈਗਾ ਵੀ ਇਹ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨਾ ਉਹਨਾਂ ਨੂੰ ਦੂਰ ਕਰਨ ਵਾਸਤੇ ਮੈਂ ਜਿਹੜੇ 3 ਕਾਨੂੰਨ ਲੈ ਕੇ ਆਏ ਆ ਉਹਦੇ ਨਾਲ ਕਿਸਾਨਾਂ ਦੀ ਇਨਕਮ ਡਬਲ ਹੋ ਜਾਏਗੀ ਜੀ, ਜੋ ਸਰਕਾਰ ਦਾਅਵਾ ਕਰਦੀ ਪਈ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਆ ਇਹ ਕਾਨੂੰਨ ਬਣਾਏ ਗਏ ਆ, ਜਦੋਂ ਆਪਾਂ ਕਿਸਾਨੀ ਦੀ ਗੱਲ ਕਰਾਂਗੇ ਤੇ ਜਦੋਂ ਕਾਨੂੰਨ ਕਿਸਾਨਾਂ ਦੇ ਵਾਸਤੇ ਬਣਾਵਾਂਗੇ ਤੇ ਉਹਨਾਂ ਕਾਨੂੰਨਾਂ ਨੂੰ ਬਣਾਉਣ ਲੱਗਿਆਂ ਵਿੱਚ ਕਿਸਾਨ ਜਥੇਬੰਦੀਆਂ ਨੂੰ, ਕਿਸਾਨਾਂ ਨੂੰ, ਮਾਹਰਾਂ ਨੂੰ ਨਾਲ ਵਿੱਚ ਇਨਵੋਲਵ ਕਰਨਾ ਚਾਹੀਦਾ ਸੀ ਜੀ। ਬਿਲਕੁਲ, ਜਿਹੜਾ ਕਾਨੂੰਨ ਬਣਾਉਣ ਲੱਗਿਆ ਨਹੀਂ ਕੀਤਾ। ਹੋਇਆ ਕੀ ਹੈ, ਮੈਂ ਐਗਜ਼ਾਮਪਲ ਲੈਣਾ, ਮੇਰੇ ਸੱਟ ਲੱਗੀ ਹੈ ਗੋਡੇ ਦੇ ਉੱਤੇ। ਮੇਰੇ ਕਹਿਣ ਦਾ ਗੋਡੇ ਉੱਤੇ ਮਤਲਬ ਦੇਸ਼ 'ਚ ਕਿਸਾਨੀ 'ਚ ਪ੍ਰੋਬਲਮ ਹੈਗੀ ਆ ਜੀ। ਬਿਲਕੁਲ ਬਿਲਕੁਲ ਠੀਕ ਹੈ ਨਾ। ਤੇ ਮੈਨੂੰ ਉਹਦਾ ਇਲਾਜ ਜਦੋਂ ਕਰਨਾ, ਜੇ ਮੈਂ ਸਿਰ ਤੇ ਪੱਟੀ ਬੰਨੀ ਜਾਊਂਗਾ ਤਾਂ ਮੇਰੀ ਗੋਡੇ ਦੀ ਸੱਟ ਠੀਕ ਨਹੀਂ ਹੋਣੀ, ਉਹ ਹੋਰ ਖਰਾਬ ਹੋਣੀ। ਇਹੀ ਹੋ ਰਿਹਾ ਵੀ ਪ੍ਰੋਬਲਮ ਤਾਂ ਜਿਹੜੀ ਹੈਗੀ ਕਿਸਾਨੀ ਨੂੰ ਉਹਨੂੰ ਠੀਕ ਕਰਨ ਲਈ ਜਿਹੜੇ ਕਾਨੂੰਨ ਦਿੱਤੇ ਗਏ ਆ ਉਹ ਬਜਾਏ ਸੇ ਕਿ ਗੋਡੇ ਦੀ ਸੱਟ ਠੀਕ ਕਰੇ, ਉਹ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਜ਼ਿਆਦਾ ਫਿਊਚਰ 'ਚ ਵਧਾਏਗੀ, ਜੋ ਇਹਨਾਂ ਦਾ ਖਦਸ਼ਾ ਹੈ ਔਰ ਬਿਲਕੁਲ ਵਾਜਿਬ ਆ। ਉਹ ਤਰਕ ਨਾਲ ਗੱਲ ਕਰਦੇ ਕਿਸਾਨ ਵੀ, ਔਰ ਇਹ ਜਿਹੜਾ ਕਾਨੂੰਨ ਆ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ। ਮੈਂ ਉਹਦਾ ਇੱਕ ਛੋਟੀ ਜਿਹੀ ਆਪਾਂ ਸਧਾਰਨ, ਬਹੁਤੀ ਬਰੀਕੀਆਂ 'ਚ ਨਹੀਂ ਜਾਂਦਾ ਜੀ, ਮੈਂ ਬਰੀਕੀ 'ਚ ਮਤਲਬ ਇੱਕ ਸਿੰਪਲ ਜਿਹੀ ਗੱਲ ਕਰਦਾ ਕਿ ਸਧਾਰਨ ਜਿਹੜਾ ਆਮ ਬੰਦਾ ਵੀ ਸਮਝ ਸਕੇ। ਜਦੋਂ ਆਪਾਂ ਗ੍ਰਹਿਣੀ ਘਰ ਦੇ ਵਿੱਚ ਕੋਈ ਚਾਵਲ ਬਣਾਉਂਦੀ ਆ, ਕੋਈ ਦਾਲ ਬਣਾਉਂਦੀ ਆ, ਉਹ ਦੇਖਣ ਵਾਸਤੇ ਇਹ ਚੈੱਕ ਕਰਦੀ ਆ ਵੀ ਮੇਰੇ ਚਾਵਲ ਪੱਕ ਗਏ ਨਹੀਂ ਪੱਕ ਗਏ। ਉਹ 2 ਦਾਣੇ ਵਿੱਚੋਂ ਕੱਢ ਕੇ ਦੱਬ ਕੇ ਦੇਖਦੀ ਆ ਜੀ। ਬਿਲਕੁਲ, ਜੇ ਤਾਂ 2 ਦਾਣੇ ਕੱਚੇ ਆ ਤਾਂ ਉਹਨੂੰ ਲੱਗਦਾ ਵੀ ਜੇ ਕੱਚੇ ਆ ਚਾਵਲ, ਜਾਂ ਹੋਰ ਉਬਾਲਣ ਦੀ ਲੋੜ ਹੈਗੀ। ਮੈਂ ਇਹਨਾਂ 3 ਕਾਨੂੰਨਾਂ ਦੇ ਵਿੱਚ ਇੱਕ ਮੈਂ ਛੋਟੀ ਜਿਹੀ ਇੱਕ ਤੁਹਾਨੂੰ ਨੁਕਤਾ ਤੁਹਾਡੇ ਨਾਲ ਸਾਂਝਾ ਕਰੂੰਗਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਇਸ ਕਾਨੂੰਨ ਬਣਾਉਣ ਨੂੰ, ਇਹ ਨੀਤੀ ਬਣਾਉਣ ਦੇ ਵਿੱਚ ਨੀਅਤ ਕਿੰਨੀ ਕਿਹੜੀ ਆ, ਨੀਅਤ ਕਿੰਨੀ ਖਰਾਬ ਆ। ਐਗਜ਼ਾਮਪਲ ਆ,
ਜੇ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਹਾਂ, ਜਦੋਂ ਕੰਟਰੈਕਟ ਹੈ ਇੱਕ ਕੰਪਨੀ ਦਾ ਔਰ ਕਿਸਾਨ ਦੇ ਵਿੱਚ, ਜਦੋਂ ਕੰਟਰੈਕਟ ਹੋਣਾ ਸੈਂਕੜੇ ਲੱਖਾਂ ਹੀ ਕੰਟਰੈਕਟ ਹੋਣਗੇ। ਜਦੋਂ ਕੰਟਰੈਕਟ ਹੋਣਗੇ ਤਾਂ ਉਹਨਾਂ 'ਚ ਝਗੜਾ, ਡਿਸਕ੍ਰਿਪੈਂਸੀ ਜਿਹੜੀ ਆ ਉਹ ਹੋਣੀ ਵੀ ਸੁਭਾਵਿਕ ਹੈ। ਸੁਭਾਵਿਕ ਹੈ ਜੀ। ਜਦੋਂ ਇਹ ਤਾਂ ਨਹੀਂ ਸਾਰੇ ਸਿਰੇ ਚੜ ਜਾਣ, ਵਿੱਚੋਂ ਕੋਈ ਨਾ ਕੋਈ ਜਦੋਂ ਡਿਸਪਿਊਟ ਹੋਊਗਾ ਉਹਦੀ ਸੁਣਵਾਈ ਦਾ ਕੀ ਇਹਨਾਂ ਨੇ ਰਾਹ ਦੱਸਿਆ ਆ ਇਹਨਾਂ ਕਾਨੂੰਨਾਂ ਦੇ ਵਿੱਚ। ਉਹਨਾਂ ਨੇ ਇਹ ਦੱਸਿਆ ਵੀ ਕਿਸਾਨ ਆਪਣੀ ਗੱਲ SDM ਜਾਂ DC ਤੱਕ ਰੱਖ ਸਕਦਾ, ਉਸ ਤੋਂ ਬਾਅਦ ਦਰਵਾਜ਼ੇ ਬੰਦ ਹੋ ਜੀ। ਹੁਣ ਅੱਜ ਤੁਸੀਂ ਪ੍ਰੈਕਟੀਕਲ ਹੋ, ਤੁਸੀਂ ਮੀਡੀਆ ਵਿੱਚੋਂ, ਤੁਸੀਂ ਮੈਨੂੰ ਦੱਸੋ ਇੱਕ ਕਿਸਾਨ ਨੂੰ SHO ਦੇ ਦਫ਼ਤਰ ਦੇ ਅੰਦਰ ਵੜਿਆ ਨਹੀਂ ਦਿੱਤਾ ਜਾਂਦਾ, SDM ਤੇ DC ਦਾ ਗੱਲ ਹੀ ਪਰੇ ਰਹੋ, ਬਹੁਤ ਦੂਰ ਦੀ ਗੱਲ ਹੈ ਜੀ। ਉਹਨੂੰ ਅੰਦਰ ਦਫ਼ਤਰ ਦੇ ਅੰਦਰ ਕਿਸੇ ਨੇ ਵੜਨ ਨਹੀਂ ਦੇਣਾ। ਤੇ ਜਿਹੜੇ ਵੱਡੇ ਘਰਾਣੇ ਆ ਉਹਨਾਂ ਕੋਲ ਵਕੀਲਾਂ ਦੀ ਫੌਜ ਆ, ਉਹਨੇ ਇੱਕ DC ਨੂੰ ਫੋਨ ਕਰਨਾ ਤਾਂ ਉਹਦਾ ਕੰਮ ਤਾਂ ਘਰ ਬੈਠੇ ਹੋਣਾ। ਤਾਂ ਮਤਲਬ ਕੀ ਹੈ ਵੀ ਜਿਹੜੇ ਕਿਸਾਨ ਔਰ ਕਾਰਪੋਰੇਟ ਘਰਾਣੇ ਆ ਦੇ ਵਿੱਚ ਡਿਸਪਿਊਟ ਦੇ ਕੇਸ ਵਿੱਚ ਇਹ ਸਾਰਾ ਦਾ ਸਾਰਾ ਜਿਹੜਾ ਕਾਨੂੰਨ ਹੈ ਜਿਹੜਾ ਵਪਾਰੀਆਂ ਦੇ ਹੱਕ ਦਾ ਹੈ, ਕਿਸਾਨ ਦਾ ਵਿੱਚ ਹੱਕ ਜਿਹੜਾ ਉਹ ਪੂਰੇ ਨਹੀਂ ਗਿਆ। ਇਹ ਤੋਂ ਮੈਂ ਜਿਹੜੀ ਐਗਜ਼ਾਮਪਲ ਲਈ ਵੀ ਇੱਕ ਨੁਕਤੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਏਗਾ ਇਹਦੇ ਪਿੱਛੇ ਨੀਅਤ ਕੀ ਆ। ਕਾਨੂੰਨ ਨੂੰ ਲਿਖਣ ਵਾਲੇ ਕੌਣ ਆ? ਉਹ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੇ ਸਿਰਫ ਆਪਣਾ ਪੱਖ ਰੱਖਿਆ ਹੈ ਕਾਨੂੰਨਾਂ ਦੇ ਵਿੱਚ, ਕਿਸਾਨਾਂ ਨੂੰ ਵਿੱਚ ਇਨਵੋਲਵ ਨਹੀਂ ਕੀਤਾ ਗਿਆ, ਤਾਂ ਕਰਕੇ ਜਿਹੜੇ ਕਿਸਾਨਾਂ ਦਾ ਪੱਖ ਉਹਨਾਂ ਕਾਨੂੰਨਾਂ ਵਿੱਚ ਜਿਹੜਾ ਹੱਕ ਉਹ ਨਹੀਂ ਆ ਰਿਹਾ, ਉਹ ਸ਼ਾਮਲ ਨਹੀਂ ਕੀਤਾ ਗਿਆ। ਸਰ, ਅਸੀਂ ਕਾਨੂੰਨ ਦੀ ਤੁਸੀਂ ਬਹੁਤ ਬਰੀਕੀ ਦੇ ਨਾਲ ਗੱਲ ਕੀਤੀ, ਬਰੀਕੀ ਦੇ ਨਾਲ ਸਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਵੈਸੇ ਤੇ 100 ਦਿਨ ਤੋਂ ਵੀ ਉੱਪਰ ਹੋ ਗਿਆ ਕਿਸਾਨ ਅੰਦੋਲਨ ਨੂੰ, ਲੋਕ ਬਹੁਤ ਚੰਗੀ ਤਰ੍ਹਾਂ ਦੇਖਦੇ ਆ ਕਿਸ ਤਰ੍ਹਾਂ ਕਿਸਾਨ ਆਗੂ ਕਰ ਰਹੇ ਆ। ਅਸੀਂ ਗੱਲ ਕਰੀਏ 26 ਜਨਵਰੀ ਤੋਂ ਲੈ ਕੇ ਜਦੋਂ ਕਿਸਾਨਾਂ ਨੇ ਡਿਸੀਜਨ ਲਿਆ ਸੀਗਾ ਤੇ ਕਾਫੀ ਉੱਤੇ ਵਿਵਾਦ ਵੀ ਹੋਇਆ, ਬਹੁਤ ਨੌਜਵਾਨ ਕਿਸਾਨ ਜਿਹੜੇ ਆ ਦਿੱਲੀ ਪੁਲਿਸ ਵੱਲੋਂ ਅਰੈਸਟ ਵੀ ਕੀਤੇ ਰਹੇ ਔਰ ਕਾਫੀ ਲੰਬਾ ਸਮਾਂ ਉਹਨਾਂ ਦੇ ਪਰਿਵਾਰ ਰੁਲਦੇ ਰਹੇ, ਉਹਨਾਂ ਨੂੰ ਛਡਾਉਣ ਲਈ ਬੜਾ ਕੁਝ ਕਰਨ ਲਈ। ਤੇ ਉੱਥੇ ਦੇ ਮੀਡੀਏ ਨੇ ਜਿਹਨੂੰ ਅੱਜ ਕੱਲ੍ਹ ਅਸੀਂ ਗੱਲ ਕਰਦੇ ਹਾਂ ਵੀ ਜੇ ਦਿੱਲੀ ਦੀਆਂ ਬਾਰਡਰਾਂ ਤੇ ਪੰਜਾਬ ਦਾ ਮੀਡੀਆ, ਸੋਸ਼ਲ ਮੀਡੀਆ ਨਾ ਜਾਂਦਾ ਤੇ ਜਿਹੜਾ ਦਿੱਲੀ ਦਾ ਮੀਡੀਆ ਸੀਗਾ ਉਹਨਾਂ ਨੇ ਇਸ ਅੰਦੋਲਨ ਨੂੰ ਰੂਪ ਹੀ ਹੋਰ ਦੇ ਦੇਣਾ ਸੀਗਾ। ਤੁਸੀਂ ਇਸ ਗੱਲ ਨਾਲ ਕਿੱਥੇ ਤੱਕ ਸਹਿਮਤ ਹੋ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ, ਮੈਂ ਸਲਾਮ ਕਰਦਾ ਉਹਨਾਂ ਸਾਰੇ ਕਿਸਾਨ ਆਗੂਆਂ ਦਾ ਜੀ, ਸੰਯੁਕਤ ਕਿਸਾਨ ਮੋਰਚੇ ਦਾ, ਜਿਨ੍ਹਾਂ ਨੇ ਇਸ ਪੂਰੇ ਅੰਦੋਲਨ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਬੜੇ ਹੀ ਸੁਚੱਜੇ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ ਇੰਨਾ ਲੰਬਾ ਅੰਦੋਲਨ ਜਿਹੜਾ ਚੱਲਿਆ, ਇਹ ਇਤਿਹਾਸ ਹੈ। ਪੂਰੀ ਦੁਨੀਆ ਦੇ ਵਿੱਚ ਇਹ ਅੰਦੋਲਨ ਇੱਕ ਇਤਿਹਾਸ ਬਣ ਗਿਆ। ਰਹੀ ਗੱਲ ਮੀਡੀਆ ਦੀ, ਜਿਹੜਾ ਮੀਡੀਆ ਜਿਹੜਾ ਹੈਗਾ, ਜਿਸ ਮੀਡੀਆ ਦੀ ਤੁਸੀਂ ਗੱਲ ਕਰਦੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ, ਉਹਨਾਂ ਦਾ ਵੀ ਆਪਣੀਆਂ ਮਜਬੂਰੀਆਂ ਜੀ। ਉਹਨਾਂ ਨੇ ਸਰਕਾਰ ਤੋਂ ਐਡ ਲੈਣੀਆਂ, ਸਰਕਾਰ ਤੋਂ ਪੈਸੇ ਲੈਣੇ, ਸਰਕਾਰ ਤੋਂ ਠੇਕੇ ਲੈਣੇ ਆ, ਤੇ ਜੋ ਮੌਕੇ ਦੀ ਸਰਕਾਰ ਆ ਉਹਨਾਂ ਨੇ ਉਹਦੇ ਹੀ ਗੁਣ ਗਾਣੇ। ਕੱਲ ਨੂੰ ਦੂਜੀ ਆ ਗਈ, ਕਿਉਂਕਿ ਉਹ ਗਿਆ ਜ਼ਮਾਨਾ ਜਦੋਂ ਲੱਗਦਾ ਸੀ ਵੀ ਜਿਹੜਾ ਡੈਮੋਕ੍ਰੇਸੀ ਵਿੱਚ ਆ ਜੀ ਇੱਕ ਮੀਡੀਆ ਇੱਕ ਸਤੰਭ ਆ, 4 ਸਤੰਭਾਂ ਵਿੱਚੋਂ ਇੱਕ ਸਤੰਭ ਆ ਜੀ। ਇਹ ਸਤੰਭ ਵੀ ਜਿਹੜਾ ਹੈਗਾ ਕੁਝ ਚੈਨਲਾਂ ਨੂੰ ਛੱਡ ਦਈਏ, ਕੁਝ ਸੋਸ਼ਲ ਮੀਡੀਆ ਦਾ ਕੁਝ ਚੈਨਲ ਨੂੰ ਛੱਡ ਦਈਏ, ਜ਼ਿਆਦਾਤਰ ਜਿਹੜਾ ਇਹ ਮੀਡੀਆ ਆ ਉਹ ਨਿਊਟਰਲ ਨਹੀਂ ਹੈਗਾ। ਇਹ ਅਸੀਂ ਵੀ ਜਾਣਦੇ ਹਾਂ, ਸਾਰੇ ਲੋਕ ਜਾਣਦੇ ਨੇ, ਜਿਹੜੇ ਈਵਨ ਮੀਡੀਆ ਵਾਲੇ ਨੇ ਜਿਹੜੇ ਉਹ ਵੀ ਵਿੱਚ ਸਾਰਾ ਕੁਝ ਇਸ ਗੱਲ ਨੂੰ ਸਮਝਦੇ ਨੇ ਵੀ ਜਿਹੜੀ ਉਹਨਾਂ ਦੀ ਰਿਪੋਰਟਿੰਗ ਹੈ ਉਹ ਇੱਕ ਪੱਖੀ ਹੈ, ਜਿਹੜੀ ਉਹਨੂੰ ਨਿਊਟਰਲ ਨਹੀਂ ਹੈਗੀ ਹੈ। ਕੁਛ ਇੱਕ ਚੈਨਲ ਹੈਗੇ ਨੇ ਜਿਹੜਾ ਬਹੁਤ ਅੱਛਾ ਕੰਮ ਕਰ ਰਹੇ ਨੇ। ਬਾਕੀ ਇਹ ਸਰ, ਮੇਰਾ ਇੱਥੇ ਮੀਡੀਆ ਨੂੰ ਲੈ ਕੇ ਗੱਲ ਕਰਨ ਦਾ ਮਕਸਦ ਇਹ ਸੀਗਾ, ਅਸੀਂ ਕਿਸੇ ਨੂੰ ਦੂਸ਼ਣਬਾਜ਼ੀ ਜਾਂ ਕਿਸੇ ਨੂੰ ਮਾੜਾ ਚੰਗਾ ਕਹਿਣ ਉਹ ਲੋਕ ਦੇਖਦੇ ਆ, ਆਵਾਮ ਦੇਖਦੇ ਆ। ਕਾਰਨ ਇਹ ਸਵਾਲ ਇਹ ਸੀਗਾ ਵੀ ਜੇ ਪੰਜਾਬ ਦਾ ਮੀਡੀਆ, ਚਾਹੇ ਉਹ ਪ੍ਰਿੰਟ ਮੀਡੀਆ, ਚਾਹੇ ਉਹ ਸੋਸ਼ਲ ਮੀਡੀਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ, ਜੇ ਦਿੱਲੀ ਦੀਆਂ ਬਰੂਹਾਂ ਤੇ ਲੋਕਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਜਾਂਦਾ ਤੇ ਉਸ ਵੇਲੇ ਜਿਹੜਾ ਇਹਨੂੰ ਗੋਦੀ ਮੀਡੀਆ ਦਾ ਨਾਮ ਦਿੱਤਾ ਗਿਆ, ਉਸ ਵੇਲੇ ਇਸ ਅੰਦੋਲਨ ਨੂੰ ਕੁਝ ਹੋਰ ਰੂਪ ਦੇਣਾ। ਕਾਰਨ ਇਹ ਸੀਗਾ ਵੀ ਜਦੋਂ ਸਾਡੇ ਕਿਸਾਨ ਵੀਰ ਉੱਥੇ ਗਏ, ਵੱਖ-ਵੱਖ ਬਾਰਡਰਾਂ ਤੇ ਗਏ, ਤਾਂ ਦਿੱਲੀ ਦੀ ਪੁਲਿਸ ਵੱਲੋਂ, ਦਿੱਲੀ ਦੇ ਲੋਕਾਂ ਵੱਲੋਂ, ਜਿਹੜੇ ਉੱਥੇ ਦੇ ਕਾਰਕੁਨ ਸੀਗੇ, ਉਹਨਾਂ ਨੇ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਦੇ ਜਿਹੜੇ ਨਿਵਾਸੀ ਲੋਕ ਸੀ ਉਹਨਾਂ ਨੂੰ ਇਹ ਫੀਡਬੈਕ ਦਿੱਤੀ ਗਈ ਸੀ ਵੀ ਜਿਹੜੇ ਪੰਜਾਬ 'ਚੋਂ ਕਿਸਾਨ ਸਰਦਾਰ ਆਉਣੇ ਆ ਉਹ ਬਿਲਕੁਲ ਮਾੜੇ ਆ, ਉਹਨਾਂ ਦਾ ਕੋਈ ਦੀਨ ਨਹੀਂ, ਈਮਾਨ ਨਹੀਂ, ਬਹੁਤ ਮਤਲਬ ਉਹਨਾਂ ਦੇ ਬੁਰਾ ਭਲਾ ਭਰਿਆ ਗਿਆ ਸੀ ਉਹਨਾਂ ਦੇ ਮਨ। ਜਦੋਂ ਕਿਸਾਨ 2 ਦਿਨ ਉੱਥੇ ਬੈਠੇ, ਉੱਥੇ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਬਹੁਤ ਇਮਾਨਦਾਰ, ਇਹਨਾਂ ਨੇ ਜਦੋਂ ਟੈਂਟ ਲਾ ਲਾਏ ਖਾਣ ਪੀਣ ਦਾ, ਉਦੋਂ ਲੋਕਾਂ ਦੀ ਜਿਹੜੀ ਮਾਨਸਿਕਤਾ ਬਦਲੀ। ਇਸੇ ਦੌਰਾਨ ਜਿਹੜੇ ਖੱਟੜ ਸਰਕਾਰ ਦੇ ਲੋਕ ਸੀ, ਜਦੋਂ ਕਿਸਾਨਾਂ ਨੇ ਕੂਚ ਕੀਤਾ ਦਿੱਲੀ ਵੱਲ ਨੂੰ, ਤਾਂ ਹਰਿਆਣੇ ਦੇ ਲੋਕਾਂ ਨੇ ਸੜਕਾਂ ਪੜਤੀਆਂ, ਵਿਚਾਰਾਂ ਮਾਰੀਆਂ ਬੜਾ, ਪਰ 2 ਦਿਨ ਬਾਅਦ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਗਈ ਵੀ ਇਹ ਜਿਹੜੇ ਕਿਸਾਨ ਆ ਆਪਣੇ ਹੱਕਾਂ ਲਈ, ਅਧਿਕਾਰਾਂ ਲਈ ਚੱਲੇ ਆ, ਨਾ ਕਿ ਕਿਸੇ ਨਾਲ ਧੱਕਾ ਕਰਨ ਚੱਲੇ ਆ।
ਇਹ ਜਿਹੜੀਆਂ ਗੱਲਾਂ ਅਸੀਂ ਹੁਣ ਇਸ ਚੈਨਲ ਦੇ ਮਾਧਿਅਮ ਰਾਹੀਂ ਕਰ ਰਹੇ ਹਾਂ, ਆਪ ਜੀ ਦੇ ਨਾਲ ਕਰ ਰਹੇ ਹਾਂ, ਇਹ ਮੀਡੀਆ ਨੇ ਜਦੋਂ ਦਿਖਾਇਆ ਤਾਂ ਲੋਕਾਂ ਦੇ ਵਿੱਚ ਆਵਾਜ਼ ਬਣੀ। ਔਰ ਜਿਹੜਾ ਅੰਦੋਲਨ ਆ ਉਹ ਜਿਵੇਂ ਤੁਸੀਂ ਗੱਲ ਕੀਤੀ ਆ, ਸਟਾਰਟਿੰਗ ਤੋਂ ਲੈ ਕੇ ਟਿਲ ਟਾਈਮ ਤੱਕ ਬਹੁਤ ਹੀ ਇਮਾਨਦਾਰੀ ਨਾਲ ਜਿਹੜਾ ਹੈ ਔਰ ਬਹੁਤ ਹੀ ਲੈਅਬੱਧ ਤਰੀਕੇ ਨਾਲ ਜਿਹੜਾ ਕਿਸਾਨ ਆਗੂ, ਜਿਨ੍ਹਾਂ ਨੂੰ ਦਿੱਲੀ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਇਹ ਮੰਨਿਆ ਸੀਗਾ ਵੀ ਜਿਹੜੇ ਕਿਸਾਨ ਅੰਦੋਲਨ ਆ ਜਾਂ ਕਿਸਾਨ ਨੌਜਵਾਨ ਆ ਇਹ ਮਾੜੇ ਆ ਜੀ, ਇਹ ਕਰਨਗੇ, ਕਿਉਂਕਿ ਸਟਾਰਟਿੰਗ 'ਚ ਕਿਸਾਨ ਅੰਦੋਲਨ ਦੇ ਵਿੱਚ ਲੜਕੀਆਂ ਵੀ ਭੇਜੀਆਂ, ਮੁੰਡੇ ਵੀ ਭੇਜੇ, ਘੁਸਪੈਠ ਵੀ ਕਰਾਈ, ਪਰ ਇਹ ਆਪਣੇ ਅਮਾਨ ਤੇ ਪੱਕੇ ਰਹੇ। ਸੋ ਇਸ ਮੀਡੀਆ ਦੀ ਇੱਥੇ ਤੱਕ ਇਹ ਜਿਹੜੀ ਸੀ ਗੱਲ, ਮੇਰੀ ਇੱਛਾ ਸੀਗੀ ਵੀ ਤੁਸੀਂ ਇਹ ਜਿਹੜਾ ਪੰਜਾਬ ਦਾ ਮੀਡੀਆ, ਕਿਉਂਕਿ ਤੁਸੀਂ ਬੁੱਧੀਜੀਵੀ ਹੋ, ਸਮਾਜ ਸੋਸ਼ਲ ਕੰਮ ਕਰਦੇ ਹੋ ਔਰ ਵੱਖ-ਵੱਖ ਜਿਹੜੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧ ਹੋ, ਅਸੀਂ ਇਸ ਗੱਲ ਨੂੰ ਲੈ ਕੇ ਮੈਂ ਆਪ ਜੀ ਨਾਲ ਸਵਾਲ ਕੀਤਾ ਸੀ ਵੀ ਜਿਹੜਾ ਪੰਜਾਬ ਦਾ ਮੀਡੀਆ ਆ ਉਹਨਾਂ ਨੇ ਇਸ ਅੰਦੋਲਨ ਨੂੰ ਕਾਫੀ ਜਿਹੜੀ ਸਪੋਰਟ ਕੀਤੀ ਤੇ ਉਹਦੇ ਦੌਰਾਨ ਸਾਡੀ ਲੜਕੀਆਂ ਵੀ, ਸਾਡੇ ਰਿਪੋਰਟਰ ਵੀ, ਉਹ ਵੀ ਕਾਫੀ ਦਿੱਲੀ ਸਰਕਾਰ, ਕੇਂਦਰ ਸਰਕਾਰ ਦੇ ਜਿਹੜਾ ਆ ਉਹਦਾ ਸ਼ਿਕਾਰ ਹੋਏ, ਉਹਦੀ ਤਰਾਸਦੀ ਦਾ ਸ਼ਿਕਾਰ ਹੋਏ, ਉਹਦੀ ਜਿਹੜੀ ਨੀਤੀ ਸੀ, ਨੀਤ ਔਰ ਨੀਅਤ ਦੀ ਗੱਲ ਜਿਹੜੀ ਆ ਉਹਦੇ ਵਿੱਚ ਉਹਨੇ ਸੀ, ਪਰ ਫਿਰ ਵੀ ਉਹਨਾਂ ਲੋਕਾਂ ਨੇ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਕੋਸ਼ਿਸ਼ ਕੀਤੀ। ਹੁਣ ਆਪਾਂ ਗੱਲ ਕਰੀਏ ਕਿਸਾਨ ਅੰਦੋਲਨ ਨੂੰ ਲੈ ਕੇ, ਜਿਸ ਵਿਸ਼ੇ ਨਾਲ ਅਸੀਂ ਗੱਲ ਕਰਨੀ ਆਪ ਜੀ ਦੇ ਨਾਲ, ਆਪ ਜੀ ਮਾਹਿਰ ਹੋ ਇਸ ਚੀਜ਼ ਨੂੰ। ਕਿਸਾਨ ਬੇਸ਼ੱਕ ਤੁਸੀਂ ਕਿਸਾਨੀ ਨਹੀਂ ਕਰਦੇ ਪਰ ਕਿਸਾਨਾਂ ਦੇ ਬੱਚੇ ਹੋ, ਸਾਰਾ ਦੇਖਦੇ ਹੋ। ਪਿਛਲੇ ਸਮੇਂ ਦੌਰਾਨ ਜਿਹੜੇ ਕਿਸਾਨ ਆਗੂ ਉੱਥੇ ਬੈਠੇ ਸੀਗੇ, ਬਲਵੀਰ ਸਿੰਘ ਹੋਰੀ, ਰਾਜੇਵਾਲ ਹੋਣੀ, ਚੜੂਨੀ ਹੋਰੀ ਜਾਂ ਹੋਰ ਜਿਹੜੇ ਉੱਥੇ ਪੰਨੂ ਹੋਣੀ, ਪੰਦੇਰ ਹੋਣੀ, ਜਿਹੜੇ ਕਾਫੀ ਡਿਸਪਿਊਟ ਆ, ਪਰ ਹੁਣ ਇਸ ਵੇਲੇ ਬੰਗਾਲ ਦੇ ਵਿੱਚ ਜਾਣ ਦਾ ਉਹਨਾਂ ਨੇ ਫੈਸਲਾ ਲਿਆ। ਬੰਗਾਲ ਦੇ ਵਿੱਚ ਜਿਹੜੀਆਂ ਪੱਛਮੀ ਬੰਗਾਲ ਚੋਣਾਂ ਹੋ ਰਹੀਆਂ, ਤੁਹਾਨੂੰ ਕੀ ਲੱਗਦਾ ਇਹ ਫੈਸਲਾ ਉਹਨਾਂ ਦਾ ਕਿੰਨਾ ਕੁ ਠੀਕ ਹੈ ਔਰ ਉੱਥੇ ਜਾ ਕੇ ਬੀਜੇਪੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੇ? ਦੇਖੋ, ਕਿਸਾਨਾਂ ਦਾ ਸ਼ੁਰੂ ਤੋਂ ਹੀ ਰਿਹਾ, ਅਸੀਂ ਇਹ ਜਿਹੜਾ ਵੀ ਅੰਦੋਲਨ ਆ ਇਹਨੂੰ ਗੈਰ ਰਾਜਨੀਤਿਕ ਰੱਖਣਾ ਜੀ, ਪਹਿਲੇ ਦਿਨ ਤੋਂ ਇਹੀ ਰਿਹਾ। ਚਾਹੇ ਪੰਜਾਬ 'ਚ ਉਹਨਾਂ ਦੇ ਧਰਨੇ ਲੱਗਦੇ ਰਹੇ ਆ, ਚਾਹੇ ਸਿੰਘੂ ਬਾਰਡਰ ਤੇ, ਚਾਹੇ ਟਿਕਰੀ ਬਾਰਡਰ ਤੇ, ਜਿੱਥੇ ਵੀ ਉਹਨਾਂ ਦੀ ਸਟੇਜ ਹੈ, ਕਿਸੇ ਵੀ ਸਟੇਜ ਦੇ ਉੱਤੇ ਉਹਨਾਂ ਨੇ ਕਦੀ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨੂੰ ਸਟੇਜ ਦੇ ਉੱਤੇ ਆਪਣੀ ਸ਼ੇਅਰ ਨਹੀਂ ਕੀਤੀ। ਠੀਕ ਹੈ, ਉਹਨਾਂ ਨੇ ਇਹੀ ਸ਼ੁਰੂ ਤੋਂ ਰੱਖਿਆ ਵੀ ਸੀ ਇਹਨੂੰ ਅਸੀਂ ਗੈਰ ਰਾਜਨੀਤਿਕ ਜਿਹੜਾ ਅੰਦੋਲਨ ਰੱਖਣਾ ਹੈ ਔਰ ਇਸੇ ਚੀਜ਼ ਨੂੰ ਚੱਲਦੇ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਹੈ, ਸਟੈਪ ਬਾਏ ਸਟੈਪ ਹਰ ਕੋਈ ਲੱਗੇ, ਸ਼ਾਂਤਮਈ ਤਰੀਕੇ ਨਾਲ ਲੱਗੇ ਰਹੇ ਆ ਵੀ ਅਸੀਂ ਕਿਸੇ ਤਰੀਕੇ ਨਾਲ ਇਸ ਅੰਦੋਲਨ ਦੀ ਜਿਹੜੀ ਕਾਮਯਾਬੀ ਹੈ ਆਪਾਂ ਸ਼ਾਂਤਮਈ ਤਰੀਕੇ ਨਾਲ ਆਪਾਂ ਕਰ ਸਕੀਏ। ਲੇਕਿਨ ਉਹ ਜਦੋਂ ਸਰਕਾਰ ਨੇ ਸਾਰੇ ਹੀਲੇ ਵਸੀਲੇ ਵਰਤ ਲਏ ਵੀ ਅਸੀਂ ਇਸ ਅੰਦੋਲਨ ਨੂੰ ਕਦੀ ਖਾਲਿਸਤਾਨੀ ਬਣਾ ਦਿਓ, ਕਦੀ ਇਹਨਾਂ ਨੂੰ 26 ਜਨਵਰੀ 'ਚ ਵੀ ਪਹਿਲਾਂ ਜੋ ਉੱਥੇ ਕੀਤਾ ਸਾਰਾ ਕੁਝ ਐਕਸਪੋਜ਼ ਹੋ ਗਿਆ, ਜੋ ਉੱਥੇ ਦਿਖਾਇਆ ਗਿਆ ਜੀ 26 ਜਨਵਰੀ ਤੋਂ ਬਾਅਦ ਲੋਕਾਂ ਨੇ ਆ ਕੇ ਉੱਥੇ ਪ੍ਰੋਟੈਸਟ ਕੀਤਾ, ਉਹ ਵੀ ਸਾਰੇ ਐਕਸਪੋਜ਼ ਕਰਤੇ ਪੰਜਾਬ ਦੇ ਮੀਡੀਆ, ਜਿਹੜਾ ਸੋਸ਼ਲ ਮੀਡੀਆ ਜਿਹੜਾ ਵੀ ਇਹ ਬੰਦੇ ਦੇਖੋ ਜੀ ਇਹ ਬੀਜੇਪੀ ਦੇ ਫਲਾਨੀ ਜਗ੍ਹਾ ਤੋਂ 40 ਕਿਲੋਮੀਟਰ ਦੂਰ ਰਹਿੰਦੇ ਆ, ਬੀਜੇਪੀ ਦਾ ਕਾਉਂਸਲਰ ਆ। ਔਰ ਉੱਥੇ ਦੀਆਂ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਸੀਗੀਆਂ ਉੱਥੇ ਕਿਸਾਨ ਅੰਦੋਲਨ 'ਚ ਟੀਮਾਂ ਜਿਹੜੀਆਂ ਸੀਗੀਆਂ, ਉਹਨਾਂ ਨੇ ਸਾਰਾ ਦਿਖਾਇਆ ਵੀ ਉਹ ਕਿੱਦਾਂ ਪਥਰਾਓਬਾਜ਼ੀ ਕਿਸਾਨਾਂ ਤੇ ਕਰ ਰਹੇ ਆ ਔਰ ਪੁਲਿਸ ਵਾਲੇ ਮੂਕ ਦਰਸ਼ਕ ਬਣ ਕੇ ਉੱਥੇ ਖੜੇ ਆ। ਇਹ ਸਾਰਾ ਕੁਝ ਟੋਟਲੀ ਐਕਸਪੋਜ਼ ਹੋ ਗਿਆ ਬੀਜੇਪੀ ਦਾ ਵੀ ਇਹ ਜਿਸ ਤਰੀਕੇ ਨਾਲ ਉਹਨਾਂ ਨੇ ਕਿਸਾਨਾਂ ਨੂੰ ਫੇਲ ਕਰਨ ਦੀ, ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੈ। ਉਹਨਾਂ ਨਾਲ ਵੀ ਅਜੇ ਤੱਕ 100 ਦਿਨ ਤੋਂ ਉੱਪਰ ਹੋ ਗਏ ਆ, 200 ਤੋਂ ਵੱਧ ਕਿਸਾਨਾਂ ਸ਼ਹੀਦ ਹੋ ਗਏ ਆ, ਫੇਰ ਵੀ ਸਰਕਾਰ ਉਹਨਾਂ ਦੀ ਗੱਲਬਾਤ ਸੁਣਨ ਨੂੰ ਰਾਜੀ ਨਹੀਂ ਹੈਗੀ। ਇੱਕ ਪਾਸੇ 200 ਕਿਸਾਨਾਂ ਸ਼ਹੀਦ ਹੋ ਗਏ ਆ, ਉਹਨਾਂ ਦਾ ਕੋਈ ਗੱਲਬਾਤ ਨਹੀਂ ਪੁੱਛਦੇ। ਇੱਕ ਕ੍ਰਿਕਟਰ ਦਾ ਕਿਸੇ ਦੀ ਬਾਈਪਾਸ ਸਰਜਰੀ ਹੁੰਦੀ ਆ, ਉਹਦੇ ਵਾਸਤੇ ਪ੍ਰਧਾਨ ਮੰਤਰੀ ਟਵੀਟ ਵੀ ਕਰਦੇ ਆ। ਕਿਸੇ ਰਾਜ ਘਰਾਣੇ ਦੇ ਚ ਕੋਈ ਪੋਤਾ ਜੰਮ ਗਿਆ ਤਾਂ ਉਹਦੀਆਂ ਵਧਾਈਆਂ ਦੇਣ ਉਹਦੇ ਘਰ ਚਲ ਜਾਂਦੇ ਆ। ਕਿ ਜਿਹੜੇ ਉੱਥੇ 200 ਕਿਸਾਨ ਮਰ ਗਏ ਆ, ਲੱਖਾਂ ਦੀ ਤਾਦਾਦ 'ਚ ਤੁਹਾਡੇ ਸਰਾਣੇ ਬੈਠੇ ਆ, ਤੁਸੀਂ ਉਹਨਾਂ ਦੀ ਗੱਲ ਸੁਣਨ ਵਾਸਤੇ ਤੁਹਾਡੇ ਕੋਲ ਟਾਈਮ ਹੀ ਨਹੀਂ। ਫਿਰ ਤੁਸੀਂ ਬਿਆਨ ਦਿੰਦੇ ਜੀ ਮੈਂ ਇੱਕ ਕਾਲ ਹੋਏ ਆ ਵੀ ਤੁਹਾਡੀ ਆਊਟਗੋਇੰਗ ਬੰਦ ਪਈ, ਤੁਸੀਂ ਨਹੀਂ ਇੱਕ ਵਾਰੀ ਬੁਲਾ ਸਕਦੇ ਕਿਸਾਨਾਂ ਨੂੰ। ਇਹਨਾਂ ਕਿਸਾਨਾਂ ਨੇ, ਇਹਨਾਂ ਦੇਸ਼ ਦੇ ਲੋਕਾਂ ਨੇ ਤੁਹਾਨੂੰ ਨੇਤਾ ਚੁਣਿਆ ਜੀ। ਬਿਲਕੁਲ ਬਿਲਕੁਲ ਠੀਕ ਹੈ ਨਾ। ਜੇ ਮੈਂ ਉਹ ਇੱਕ ਇਤਿਹਾਸ ਨਾਲ ਇੱਕ ਹੋਰ ਲਿੰਕ ਕਰੂੰਗਾ ਇਹਦੇ ਨਾਲ, 2013 ਦੇ ਵਿੱਚ ਦੇਸ਼ ਵਿੱਚ ਇੱਕ ਅੰਨਾ ਅੰਦੋਲਨ ਚੱਲਿਆ ਸੀ, ਉਹ ਵੀ ਇੱਕ ਇਸੇ ਤਰ੍ਹਾਂ ਹੀ ਪੂਰੇ ਦੇਸ਼ ਵਿੱਚ ਇੱਕ ਵੇਵ ਬਣ ਗਈ ਸੀ। ਲੋਕਾਂ ਦਾ ਮਨ 'ਚ ਰੋਸ ਸੀਗਾ ਕਰਪਸ਼ਨ ਦੇ ਖਿਲਾਫ। ਅੰਨਾ ਹਜ਼ਾਰੇ ਉੱਥੇ ਧਰਨੇ ਤੇ ਬੈਠਾ, ਸਾਰਾ ਦੇਸ਼ ਨਾਲ ਤੁਰ ਪਿਆ। ਉਹਨਾਂ ਦੀ ਇੱਕੋ ਹੀ ਮੰਗ ਸੀ ਵੀ ਸਾਨੂੰ ਲੋਕਪਾਲ ਬਿੱਲ ਚਾਹੀਦਾ ਤਾਂ ਕਿ ਜਿਹੜਾ ਦੇਸ਼ ਦੀ ਕਰਪਸ਼ਨ ਹੋ ਰਹੀ ਹੈ ਉਹ 'ਤੇ ਨਕੇਲ ਪਾਈ ਜਾ ਸਕੇ। ਜੇ ਕਾਂਗਰਸ ਉਸ ਵੇਲੇ ਸਿਆਣੀ ਹੁੰਦੀ, ਲੋਕਪਾਲ ਬਿੱਲ ਲੈ ਆਉਂਦੀ, ਤਾਂ ਜਿੰਨੀ ਉਹ ਵੇਵ ਸੀਗੀ ਉਹ ਸਾਰੀ ਦੀ ਸਾਰੀ ਕਾਂਗਰਸ ਦੇ ਹੱਕ 'ਚ ਭੁਗਤ ਜਾਣੀ। ਕਾਂਗਰਸ ਨੇ ਕੀ ਗਲਤੀ ਕੀਤੀ? ਉਹ ਲੋਕਪਾਲ ਬਿੱਲ ਲੈ ਕੇ ਨਹੀਂ ਆਉਂਦਾ ਔਰ ਉਹ ਸਾਰਾ ਗੁੱਸਾ ਜਿਹੜਾ ਉਹ ਲੋਕਾਂ ਦਾ ਸੀਗਾ ਕਾਂਗਰਸ ਦੇ ਖਿਲਾਫ, ਉਹ ਬੀਜੇਪੀ ਦੇ ਫੇਵਰ 'ਚ ਹੋਇਆ ਤੇ ਕਾਂਗਰਸ 45-50 ਸੀਟਾਂ ਤੇ ਆ ਕੇ ਤੇ ਸਿਮਟ ਗਈ। ਹੁਣ ਜੇ ਬੀਜੇਪੀ ਸਿਆਣੀ ਹੁੰਦੀ, ਹੁਣ ਤਾਂ ਖੈਰ ਟਾਈਮ ਨਿਕਲ ਗਿਆ ਉਸ ਗੱਲ ਨੂੰ, ਜੇ ਸਿਆਣੀ ਹੁੰਦੀ ਅੱਜ ਜੋ ਕਾਂਗਰਸ ਨੇ ਗਲਤੀਆਂ ਕੀਤੀਆਂ ਸੀ 2014 'ਚ ਜੀ, ਜੇ ਉਹ ਤੋਂ ਸਬਕ ਲਿਆ ਹੁੰਦਾ
ਜਦੋਂ ਕਿਸਾਨ ਦਿੱਲੀ ਆਏ ਆ ਉਸ ਵੇਲੇ ਕਹਿੰਦੀ 56 ਇੰਚ ਦਾ ਸੀਨਾ ਕਰਕੇ ਆ ਜਾਓ ਕਿਸਾਨੋ ਭਾਈ ਮੈਂ ਤੁਹਾਡੇ ਨਾਲ ਖੜਾ, ਆ ਤਿੰਨੇ ਕਾਨੂੰਨ ਕੀਤੇ ਤੁਹਾਡੇ ਰੱਦ, ਤੁਸੀਂ ਦੱਸੋ ਕੀ ਚਾਹੁੰਦੇ ਆ, ਮੈਂ ਤੁਹਾਡੀ ਇਨਕਮ ਡਬਲ ਕਰਨੀ ਆ, ਦੱਸੋ। ਸਾਰੇ ਦੇਸ਼ ਦਾ ਇਕੱਲਾ ਕਿਸਾਨ ਬੀਜੇਪੀ ਦੇ ਨਾਲ ਤੁਰ ਪੈਂਦਾ। ਇਹਨਾਂ ਨੇ ਜੋ ਕਾਂਗਰਸ ਨੇ ਬੇਵਕੂਫੀ ਕੀਤੀ ਹੈ, ਜਿੱਥੇ ਉਹ ਅਟਕੀ ਆ 45-50 ਸੀਟਾਂ ਤੇ, ਉਹੀ ਸੇਮ ਗਲਤੀ ਜਿਹੜੀ ਆ ਹੁਣ ਅੱਜ ਦੀ ਤਰੀਕ 'ਚ ਬੀਜੇਪੀ ਕਰ ਰਹੀ ਹੈ। ਔਰ ਜੋ ਹਰਸ਼ਰ ਕਾਂਗਰਸ ਦਾ ਹੋਇਆ ਆਉਣ ਵਾਲੇ ਟਾਈਮ 'ਚ ਮੇ ਬੀ ਜੋ ਲੱਗਦਾ ਆ ਜੀ, ਹਰ ਚੀਜ਼ ਦਾ ਇੱਕ ਅੰਤ ਹੁੰਦਾ। ਮਤਲਬ ਪਿਛਲੇ ਹਾਲਾਤਾਂ ਨੂੰ ਮੱਦੇਨਜ਼ਰ ਦੇਖਦੇ ਹੀ ਅਸੀਂ ਇਤਿਹਾਸ ਫੇਰ ਲੱਗਦਾ ਦੁਹਰਾਏਗਾ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਤਫਸੀਲ ਨਾਲ ਦੱਸੀ, ਤੱਥਾਂ ਦੇ ਆਧਾਰ ਤੇ ਗੱਲ ਦੱਸੀ। ਜਿਵੇਂ ਕਿਸਾਨ ਆਗੂ ਪੱਛਮੀ ਬੰਗਾਲ ਦੀ ਗੱਲ ਕਰਦੇ, ਪੱਛਮੀ ਬੰਗਾਲ 'ਚ ਜਿਹੜੇ ਕਿੰਨੇ ਚਰਨਾਂ 'ਚ ਵੋਟਾਂ ਹੋਣੀਆਂ, ਸਭ ਤੋਂ ਵੱਡੀ ਆ ਜਿਹੜੀ ਤਾਮਿਲਨਾਡੂ, ਅਰੁਣਾਚਲ, ਆਪਣੇ ਪਾਂਡੀਚੇਰੀ ਆ, ਅਸਾਮ, ਜਿਹੜੇ ਇਹਨਾਂ ਕੇਰਲ ਦੇ ਵਿੱਚ ਵੀ ਵੋਟਾਂ ਹੋਣੀਆਂ। ਇਹ ਸਾਡੇ ਜਿਹੜੇ ਲੀਡਰ ਸਾਹਿਬਾਨ ਆ, ਇੱਕ ਪਾਸੇ ਅਮਿਤ ਸ਼ਾਹ ਹੋਰੀ ਜਿਹੜੇ ਆ ਉਹ ਕਰ ਰਹੇ ਆ, ਰਾਜਨਾਥ ਸਿੰਘ ਹੋਣੀ ਪ੍ਰਚਾਰ ਕਰ ਰਹੇ ਆ, ਪਰ ਇਹਨਾਂ ਸਾਡੇ ਕਿਸਾਨਾਂ ਵੀਰਾਂ ਨੇ, ਜਿਹੜੇ ਕਿਸਾਨ ਆਗੂ ਆ, ਇਹਨਾਂ ਨੇ ਪੱਛਮੀ ਬੰਗਾਲ ਨੂੰ ਹੀ ਕਿਉਂ ਚੁਣਿਆ ਤੇ ਜਿਹੜਾ ਆਪਾਂ ਬੀਜੇਪੀ ਨੂੰ ਆਪਾਂ ਉੱਥੇ ਲੋਕਾਂ ਨੂੰ ਜਾ ਕੇ ਲਾਮਬੰਦ ਕਰੀਏ? ਦੇਖੋ, ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਉੱਥੇ ਆ ਮਮਤਾ ਬੈਨਰਜੀ ਜੀ। ਅੱਜ ਦੀ ਤਰੀਕ 'ਚ ਜਿਹੜੀ ਆ ਕਾਂਗਰਸ ਮੋٹے ਤੌਰ ਤੇ ਗਿਣੀ ਹੈ ਤਾਂ ਪੂਰੇ ਦੇਸ਼ 'ਚ ਇੱਕ ਹਾਸ਼ੀਏ ਤੇ ਪਹੁੰਚ ਗਈ ਹੈ। ਕੁਛ ਇੱਕ ਸਟੇਟ ਨੂੰ ਛੱਡ ਦਈਏ, ਲੇਕਿਨ ਜ਼ਿਆਦਾਤਰ ਜਿਹੜੀ ਕਾਂਗਰਸ ਦੀ ਜਿਹੜੀ ਹਾਲਾਤ ਆ ਉਹ ਬਹੁਤੀ ਇੰਨੀ ਸੁਖਾਵੀਂ ਨਹੀਂ ਹੈਗੀ। ਆਪੋਜੀਸ਼ਨ ਆਲਮੋਸਟ ਨਾ ਦੇ ਬਰਾਬਰ ਆ। ਮਮਤਾ ਬੈਨਰਜੀ ਵੀ ਕਾਂਗਰਸ 'ਚ ਸੀਗੀ, ਉੱਥੇ ਪਹਿਲਾਂ ਸਵਰਾਜ ਰਿਹਾ ਪੂਰਾ ਲੈਫਟ ਪਾਰਟੀਆਂ ਜੀ। ਉਸ ਲੇਡੀ ਨੇ ਸਿੰਗਲ ਹੈਂਡਡਲੀ ਉਹ ਸਮਰਾਜਿਆਂ ਨੂੰ ਤੋੜ ਕੇ ਉੱਥੇ ਆਪਣੀ ਸੱਤਾ ਕਾਇਮ ਕੀਤੀ, ਠੀਕ ਹੈ ਨਾ। ਉਸ ਤੋਂ ਬਾਅਦ ਲਗਾਤਾਰ ਹੌਲੀ ਕਰਕੇ ਉਹਨਾਂ ਨੇ ਲੈਫਟ ਨੂੰ ਸਾਈਡ ਤੇ ਪਿੱਛੇ ਕੀਤਾ ਤੇ ਆਪਣੀ ਉਸ ਤੇ ਜਿਹੜੀ ਆ ਰਾਜ ਜਿਹੜਾ ਕੀਤਾ 10 ਸਾਲ ਹੋ ਗਏ ਲਗਾਤਾਰ ਉਹਨੂੰ ਕੰਮ ਨੂੰ ਕਰਦਿਆਂ ਹੋਏ। ਹੁਣ ਉਹ ਇੱਕ ਲੀਡਰ ਦਾ ਇੱਕ ਚਿਹਰਾ ਉੱਭਰੀ ਹੈ ਜੀ ਆਪੋਜੀਸ਼ਨ ਵੱਲੋਂ। ਤਾਂ ਕਰਕੇ ਜਿਹੜਾ ਜੇ ਆਪਾਂ ਦੇਖੀਏ ਪੌਂਡੀਚੇਰੀ ਹੋ ਗਿਆ, ਕੇਰਲਾ ਹੋ ਗਿਆ, ਜਾਂ ਤਾਮਿਲਨਾਡੂ ਹੋ ਗਿਆ, ਜਾਂ ਅਸਾਮ ਹੋ ਗਿਆ, ਉੱਥੇ ਇਦਾਂ ਦਾ ਕੋਈ ਨੈਸ਼ਨਲ ਲੈਵਲ ਦਾ ਲੀਡਰ ਨਹੀਂ ਹੈਗਾ। ਹੁਣ ਜਿੱਦਾਂ ਰੀਸੈਂਟਲੀ ਯਸ਼ਵੰਤ ਸਿਨਹਾ ਜਿਹੜੇ ਬੀਜੇਪੀ ਦੇ ਫਾਈਨਾਂਸ ਮਿਨਿਸਟਰ ਵੀ ਰਹੇ ਆ, ਵਿਦੇਸ਼ ਮੰਤਰੀ ਰਹੇ ਵਾਜਪਾਈ ਦੀ ਸਰਕਾਰ ਦੇ ਵਿੱਚ, ਬੜੇ ਸੁਲਝੇ ਹੋਏ, ਉਹਨਾਂ ਨੇ ਬੀਜੇਪੀ ਦਾ ਪੱਲਾ ਛੱਡ ਕੇ ਮਮਤਾ ਬੈਨਰਜੀ ਨਾਲ ਉਹ ਉਹਦੇ ਵੋਟਾਂ 'ਚ ਭਾਵੇਂ ਬਹੁਤਾ ਫਰਕ ਨਾ ਪਏ, ਲੇਕਿਨ ਇੱਕ ਹੁੰਦੀ ਆ ਜਿਹੜਾ ਹੁੰਦਾ ਨਾ, ਇੱਕ ਇੰਪ੍ਰੈਸ਼ਨ ਜਿਹੜਾ ਜਾਣਾ, ਇੰਪ੍ਰੈਸ਼ਨ ਇਹ ਗਿਆ ਵੀ ਇਹ ਨੈਸ਼ਨਲ ਪਾਰਟੀ ਜਿਹੜੀ ਆ ਉਹ ਬਣ ਜਾ ਰਹੀ ਆ, ਜਿਹੜੀ TMC। ਉਹਦੇ ਨਾਲ ਇਸੇ ਕਰਕੇ ਕਿਸਾਨਾਂ ਨੇ ਜਿਹੜਾ ਡਿਸੀਜਨ ਲਿਆ ਨਾ, ਜੋ ਮੈਨੂੰ ਲੱਗਦਾ ਜੀ ਵੀ ਉਹ ਬੰਗਾਲ 'ਚ ਇਸੇ ਕਰਕੇ ਉਹਨਾਂ ਨੇ ਜ਼ਿਆਦਾ ਫੋਕਸ ਕੀਤਾ ਵੀ ਬੰਗਾਲ ਦੇ ਜਿਹੜੇ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਉਹਦਾ ਇੰਪੈਕਟ ਪੂਰੇ ਦੇਸ਼ ਵਿੱਚ ਆਉਣ ਵਾਲਾ। ਇਸੇ ਤਰ੍ਹਾਂ ਜਿਹੜਾ ਦਿੱਲੀ 'ਚ ਹੋਇਆ ਸੀ, ਆ ਜਿਹੜੇ ਰੀਸੈਂਟ ਜਿਹੜੇ ਇਲੈਕਸ਼ਨ ਹੋਏ ਆ, ਉਹਦੇ 'ਚ ਵੀ ਦੇਖੋ ਅਰਵਿੰਦ ਕੇਜਰੀਵਾਲ ਵਰਸਸ ਬੀਜੇਪੀ ਦੀ ਐਂਟਾਇਰ ਕੈਬਨਿਟ, ਸਾਰੇ ਮੈਂਬਰ ਪਾਰਲੀਮੈਂਟ, ਪਤਾ ਨਹੀਂ 12 ਕਿ 14 ਉਹਨਾਂ ਦੇ ਮੁੱਖ ਮੰਤਰੀ ਤੇ 50,000 ਤੋਂ ਉੱਪਰ ਜਿਹੜੇ RSS ਦੇ ਵਰਕਰ, ਸਾਰਿਆਂ ਨੇ ਦਿੱਲੀ 'ਚ ਡੇਰਾ ਲਾਈ ਰੱਖਿਆ ਜੀ। ਨਿਕਲਿਆ ਕੀ 7 ਸੀਟਾਂ ਆਊਟਪੁੱਟ ਮਤਲਬ ਇੱਕ ਪਾਸੇ ਇੱਕ ਬੰਦਾ ਤੇ ਦੂਜੇ ਪਾਸੇ ਸਾਰੀ ਦੇਸ਼ ਦੀ ਤੁਹਾਡੀ ਫੋਰਸ ਜਿੰਨੀ ਵੀ ਹੈਗੀ ਆ ਉਹ ਸਾਰੀ ਤੁਸੀਂ ਦਿੱਲੀ ਝੋਂਕ ਦਿੱਤੀ। ਉਸ ਦੇ ਬਾਵਜੂਦ ਵੀ ਲੋਕਾਂ ਨੇ ਨਕਾਰਿਆ। ਬਾਕੀ ਜਿਹੜੇ ਬੰਗਾਲ ਦੇ ਜਿਹੜੇ ਰਿਜ਼ਲਟ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਬਹੁਤ ਵੱਡੇ ਤੌਰ ਤੇ ਪ੍ਰਭਾਵਿਤ ਕਰਨ ਵਾਲੇ, ਜੋ ਮੈਨੂੰ ਪਰਸਨਲੀ ਲੱਗਦਾ। ਸਰ, ਜਸਵੰਤ ਸਿਨਹਾ ਜੀ ਦੀ ਗੱਲ ਕੀਤੀ ਤੁਸੀਂ, ਬੜਾ ਵਧੀਆ ਐਕਸਪਲੇਨ ਕੀਤਾ। ਸਾਡਾ ਵੀ ਸਵਾਲ ਇਹੀ ਸੀਗਾ ਕਿਉਂਕਿ ਵਿੱਤ ਮੰਤਰੀ ਰਹੇ ਆ ਤੇ ਜਿਹੜੇ ਦੇਸ਼ ਦੇ ਰੱਖਿਆ ਮੰਤਰੀ ਵੀ ਰਹੇ ਆ ਤੇ ਨਾਲ ਦੀ ਨਾਲ ਉਹਨਾਂ ਦਾ ਬੇਟਾ ਵੀ ਹੁਣ ਇਸ ਵੇਲੇ, ਪਰ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਦੋਂ ਜੁਆਇਨ ਕੀਤਾ ਉਹਨਾਂ ਨੇ ਇੱਕ ਬਿਆਨ ਦਿੱਤਾ ਵੀ ਇਸ ਵੇਲੇ ਜਿਹੜੇ ਹਾਲਾਤ ਆ ਉਹ ਜਿਹੜੇ ਆ ਮੋਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਆ। ਜਦੋਂ ਇੱਕ ਇਹੋ ਜਿਹਾ ਵਿਅਕਤੀ, ਇਹੋ ਜਿਹਾ ਪਰਸਨੈਲਿਟੀ ਬਿਆਨ ਦਿੰਦੀ ਆ ਮੋਦੀ ਸਰਕਾਰ ਦਾ, ਜਿਹੜਾ ਅਟਲ ਬਿਹਾਰੀ ਉਸ BJP ਦੇ ਵਿੱਚ ਰਿਹਾ, ਤੇ ਇਹਦਾ ਕਾਫੀ ਪ੍ਰਭਾਵ ਜਿਹੜਾ ਲੋਕਾਂ ਦੇ ਵਿੱਚ ਜਾਊਗਾ। ਤੇ ਨਾਲ ਦੀ ਨਾਲ ਉਹ ਜਿਹੜਾ ਆ, ਜਿਵੇਂ ਤੁਸੀਂ ਦੱਸਿਆ ਵੀ ਬੰਗਾਲ ਦੇ ਵਿੱਚ ਜਿਹੜਾ ਇੱਕ ਪ੍ਰਭਾਵ ਛੱਡਿਆ, ਉਹ ਬਾਕੀ 4 ਸਟੇਟਾਂ 'ਚ ਵੀ BJP ਨੂੰ ਨਕਾਰਿਆ ਜਾਊਗਾ ਕਿਉਂਕਿ ਲੋਕ ਇਸ ਤੋਂ ਸੇਧ ਲੈ ਲੈਣਗੇ। ਅਸੀਂ ਹੁਣ ਗੱਲ ਕਿਸਾਨ ਅੰਦੋਲਨ ਦੀ ਗੱਲ ਕਰਦੇ ਸੀ। ਕਿਸਾਨ ਅੰਦੋਲਨ ਦੇ ਵਿੱਚ ਪਿਛਲੇ ਦਿਨੀ ਕੇਂਦਰ ਸਰਕਾਰ ਨੇ, ਜਿਵੇਂ ਅਸੀਂ ਗੱਲ ਕੀਤੀ ਹੈ, ਕੇਂਦਰ ਸਰਕਾਰ ਵੱਖ-ਵੱਖ ਸਮੇਂ 'ਤੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਸਾਮ ਦਾਮ ਭੇਦਭਾਵ ਦੰਡ ਵਰਤਦੀ ਆ ਰਹੀ ਹੈ। ਹੁਣ ਇਹਨਾਂ ਨੇ ਇੱਕ ਨਵਾਂ ਇੱਕ ਕਾਨੂੰਨ ਜਿਹੜਾ ਭੇਜਿਆ ਆਪਣੇ 2-3 ਦਿਨ ਪਹਿਲਾਂ, 4 ਦਿਨ ਜਿਹੜਾ ਆ, ਉਹਨਾਂ ਨੇ ਕੇਂਦਰ ਸਰਕਾਰ ਨੇ ਪੰਜਾਬ ਦੇ ਸਰਕਾਰ ਨੂੰ FCI ਮਹਿਕਮੇ ਨੂੰ ਇਹ ਗੱਲ ਕਹੀ ਸੀਗੀ ਵੀ ਜਿਹੜਾ ਕਿਸਾਨ ਫਸਲ ਬੀਜੂਗਾ ਜਾਂ ਕਿਸਾਨ ਕਿਸੇ ਤਰ੍ਹਾਂ ਦਾ ਕੋਈ ਕੰਮ ਕਰੂਗਾ, ਉਹਦੇ ਪੈਸੇ ਜਿਹੜੇ ਆ ਉਹ ਕਿਸਾਨ ਦੇ ਖਾਤੇ ਦੇ ਵਿੱਚ ਆਉਣਗੇ। ਇਹਦੇ ਨਾਲ ਜਦੋਂ ਕਿਸਾਨ ਦੇ ਖਾਤੇ ਦੇ ਵਿੱਚ ਆਉਣਗੇ ਤੇ ਉਹਦੇ ਨਾਲ ਇਹ ਕੀ
ਕੇਂਦਰ ਸਰਕਾਰ ਦੀ ਇਹਦੀ ਨੀਤੀ ਪਿੱਛੇ ਨੀਅਤ ਪਿੱਛੇ ਕਿੰਨਾ ਕੁ ਫਰਕ ਹੋਆ? ਕਾਰਨ ਜਿਹੜਾ ਆ, ਜਦੋਂ ਕਿਸਾਨ ਤੇ ਆੜ੍ਹਤੀ ਆ ਜਿਹੜਾ ਕਿਸਾਨ ਦਾ ਇੱਕ ਖੱਬੀ ਸੱਜੀ ਬਾਂਹ ਆ, ਜਦੋਂ ਵੀ ਵੇਲੇ ਕਰਦਾ, ਜਦੋਂ ਸਿੱਧਾ ਪੈਸੇ ਕਿਸਾਨ ਦੇ ਖਾਤੇ ਦੇ ਆਉਣ ਵਿੱਚ ਲੱਗ ਪਏ, ਉਹਦੇ ਨਾਲ ਆੜ੍ਹਤੀ ਦੇ ਤੱਕ ਕਿਸਾਨ ਦਾ ਜਿਹੜਾ ਆਪਸੀ ਭਾਈਚਾਰਾ ਉਹ ਟੁੱਟ ਜਾਂਦਾ। ਜਿੱਦਾਂ ਤੁਸੀਂ ਪਹਿਲਾਂ ਕਿਹਾ ਨਾ, ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਪਹਿਲਾਂ ਕਾਨੂੰਨ ਬਣੇ ਗਏ ਨਾ ਜੀ, ਉਹ ਜਿਹੜੇ ਏਸੀ ਦਫ਼ਤਰਾਂ 'ਚ ਬਾਊ ਬੈਠੇ ਨਾ ਜੀ, ਜਿਨ੍ਹਾਂ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਕੁਛ ਨਹੀਂ ਜੀ, ਉਹ ਜਦੋਂ ਕਾਨੂੰਨ ਬਣਾਉਂਦੇ ਆ ਤਾਂ ਉਹਦੇ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਭਿਅੰਕਰ ਗਲਤੀਆਂ ਕਰ ਲੈਂਦੇ ਆ ਜੀ, ਜਿਹਦਾ ਕਿ ਬਾਅਦ 'ਚੋਂ ਲੰਬੇ ਸਮੇਂ ਤੱਕ ਖਮਿਆਜਾ ਭੁਗਤਣਾ ਪੈਂਦਾ। ਚਾਹੇ ਤੁਸੀਂ ਨੋਟਬੰਦੀ ਲੈ ਲਓ, ਨੋਟਬੰਦੀ ਵੀ ਹੈ 55 ਦਿਨਾਂ ਦੇ ਵਿੱਚ 65 ਸ਼ੋਧਾਂ ਹੋਈਆਂ ਜੀ, ਠੀਕ ਹੈ ਨਾ। GST ਆਈ ਨੂੰ 2 ਸਾਲ ਹੋ ਗਏ, 3 ਸਾਲ, 967 ਉਹਦੇ 'ਚ ਸ਼ੋਧਾਂ ਆਲਰੇਡੀ ਹੋ ਚੁੱਕੀਆਂ। ਮਤਲਬ ਕਿ ਜਦੋਂ ਤੁਸੀਂ ਕਾਨੂੰਨ ਜਦੋਂ ਬਣਾਉਂਦੇ ਆ, ਤੁਸੀਂ ਐਕਸਪਰਟ ਬੰਦੇ ਜਿਹੜੇ ਉਸ ਫੀਲਡ 'ਤੇ ਹੈਗੇ ਉਹਨਾਂ ਨੂੰ ਨਾਲ ਬਿਠਾਓ, ਫਿਰ ਤੁਸੀਂ ਕਾਨੂੰਨ ਸਹੀ ਬਣਾ ਸਕਦੇ ਹੋ। ਹੁਣ ਇਹਦੇ ਵਿੱਚ ਜਿਹੜਾ ਹੁਣ ਨਵਾਂ ਜਿਹੜਾ ਰੂਲ ਪਾਸ ਕੀਤਾ ਵੀ FCI ਸਿੱਧਾ ਕਿਸਾਨਾਂ ਦੇ ਖਾਤੇ 'ਚ ਪੈਸੇ ਦੇ, ਉਹ ਠੀਕ ਹੈ, ਦੇਖਣ ਨੂੰ ਸੁਣਨ ਨੂੰ ਲੱਗਦਾ ਬੜਾ ਸੋਹਣਾ, ਅੱਛਾ, ਬੜਾ ਵਧੀਆ ਯਾਰ, ਜਿਸ ਦਾ ਉਹਨਾਂ ਦੇ ਖਾਤੇ ਜਾਊਗਾ ਵੀ ਜਿਹੜੀ ਘਪਲੇਬਾਜ਼ੀ ਸਾਰੀ ਬੰਦ ਹੋ ਜਾਊਗੀ, ਬਿਲਕੁਲ ਠੀਕ ਹੈ, ਨੇ ਹੋਣੀ ਵੀ ਚਾਹੀਦੀ ਹੈ। ਲੇਕਿਨ ਉਹ ਪ੍ਰੈਕਟੀਕਲੀ ਕੀ ਹੈ, ਗਰਾਊਂਡ ਰਿਐਲਿਟੀ ਕੀ ਹੈ? ਗਰਾਊਂਡ ਰਿਐਲਿਟੀ ਕਿਸਾਨ ਤੇ ਆੜ੍ਹਤੀ ਦਾ ਜਿਹੜਾ ਰਿਸ਼ਤਾ ਆ, ਮੈਂ ਵੀ 7 ਸਾਲ 8 ਸਾਲ ਮੰਡੀ 'ਚ ਕੰਮ ਕੀਤਾ, ਉਹ ਇੱਕ ਪਰਿਵਾਰਕ ਰਿਸ਼ਤਾ ਹੋ ਜਾਂਦਾ। ਬਿਲਕੁਲ ਜੀ। ਉਹਨੂੰ ਅੱਧੀ ਰਾਤ ਨੂੰ ਲੋੜ ਚਾਹੀਦੀ, 10,000 ਰੁਪਏ ਚਾਹੀਦਾ, ਫੋਨ ਕਰਦਾ ਯਾਰ ਮੈਨੂੰ 10,000 ਚਾਹੀਦਾ, ਮੈਂ ਆਪ ਮੈਨੂੰ ਲੋੜ ਪੈਂਦੀ ਹੈ, ਚਲੋ ਇਹ ਤਾਂ ਜਸਟ ਇੱਕ ਛੋਟੀ ਜਿਹੀ ਗੱਲ ਹੈ। ਲੇਕਿਨ ਆਪਾਂ ਇਹ ਜਿਹਾ ਕਾਨੂੰਨ ਬਣਾਇਆ, ਇਹ ਪ੍ਰੈਕਟੀਕਲੀ ਲਾਗੂ ਹੋ ਸਕਦਾ? ਉਹਦੇ ਵਿੱਚ ਕਈ ਕਮੀਆਂ ਨੇ। ਬਹੁਤ ਸਾਰੀ ਜ਼ਮੀਨ ਐਸੀ ਹੈ ਇੱਥੇ ਪੰਜਾਬ ਦੇ ਵਿੱਚ ਜਿਹੜੀ NRI ਦੀ ਹੈ। ਯੈਸ, ਬਿਲਕੁਲ। ਉਹ ਬੰਦੇ ਰਹਿੰਦੇ ਬਾਹਰ, ਜ਼ਮੀਨ ਉਹਨਾਂ ਦੇ ਨਾਂ, ਇੱਥੇ ਉਹਨਾਂ ਨੇ ਪਟੇ ਤੇ ਦਿੱਤੀ। ਹੁਣ ਜਦੋਂ ਸਰਕਾਰ ਕਹੇਗੀ ਜਮਾਬੰਦੀ ਦੇ ਹਿਸਾਬ ਨਾਲ ਜਿਹਦੀ ਜ਼ਮੀਨ ਆ ਉਹਦੇ ਖਾਤੇ ਜਾਊਗੇ, ਸਰਕਾਰ ਨੇ ਪੈਸੇ ਤਾਂ ਚਲੇ ਗਏ NRI ਦੇ ਖਾਤੇ 'ਚ। ਜੀ। ਜਿਹੜਾ ਇੱਥੇ ਕਿਸਾਨ ਖੇਤੀ ਕਰਦਾ ਪਿਆ, ਉਹਨੇ ਵੇਚਣੀ ਸੀ ਆੜ੍ਹਤੀ ਕੋਲ, ਪੈਸੇ ਉਹਨੇ ਆੜ੍ਹਤੀ ਕੋਲ ਉਧਾਰੇ ਲਏ ਆ, ਪੈਸੇ ਜਿਹੜੇ ਮਿਲਣੇ ਆ ਸਾਰੇ ਉਹਨੂੰ ਚੱਲ ਜਾਣੇ ਆ NRI ਨੂੰ। ਜਿਹਨੇ ਖੇਤੀ ਕੀਤੀ ਉਹਦੇ ਪੈਸੇ ਵੀ ਫਸ ਗਏ, ਜਿਹੜੇ ਆੜ੍ਹਤੀ ਨੇ ਉਹਨੂੰ ਐਡਵਾਂਸ ਦਿੱਤਾ ਉਹਦੇ ਪੈਸੇ ਵੀ ਫਸ ਗਏ। ਜਦ ਕਿ NRI ਪਹਿਲਾਂ ਹੀ ਸਾਲ 2 ਸਾਲ ਦੇ ਪਹਿਲਾਂ ਹੀ ਹਾ ਖੇਤਾ ਜਿਹੜਾ। ਇਹ ਤਾਂ ਜਸਟ ਇੱਕ ਮੈਂ ਐਗਜ਼ਾਮਪਲ ਦਿੱਤੀ। ਇੱਕ ਹੋਰ ਐਗਜ਼ਾਮਪਲ ਤੁਹਾਨੂੰ ਲੈ ਕੇ ਜੀ, ਬਹੁਤ ਸਾਰੇ ਪਿੰਡਾਂ 'ਚ ਇਦਾਂ ਵੀ ਹੁੰਦਾ, ਬਜ਼ੁਰਗ ਦੇ ਨਾਮ ਦੀ ਜ਼ਮੀਨ ਆ, ਉਹਨਾਂ ਦੇ ਚਲਾਣਾ ਕਰਕੇ ਜੀ ਸਵਰਗਵਾਸੀ ਹੋ ਗਏ। ਅੱਗੇ ਉਹਨਾਂ ਦੇ 4 ਬੱਚੇ ਆ, ਉਹ 4-4 ਕਿੱਲੇ 5-5 ਕਿੱਲੇ ਆਪਣੀ ਉਹ ਵਾਹੀ ਕਰਦੇ ਆ। ਹੁਣ ਜ਼ਮੀਨ ਤਾਂ ਬਜ਼ੁਰਗਾਂ ਦੇ ਨਾਮ ਬੋਲਦੀ ਪਈ ਆ। ਹੁਣ ਜੇ ਸਰਕਾਰ ਨੇ ਪੈਸੇ ਬਜ਼ੁਰਗਾਂ ਦੇ ਨਾਮ ਦੇ ਦਿੱਤੇ, ਉਹਦਾ ਖਾਤਾ ਤਾਂ ਬੰਦ ਪਿਆ, ਉਹ ਚਲਾਣਾ ਵੀ ਕਰ ਗਿਆ। ਉਹ ਵਿਚਾਰੇ ਜਿਹੜੇ ਬਾਕੀ ਉਹਦਾ ਪਰਿਵਾਰ ਆ, ਉਹ ਪੈਸੇ ਕਿੱਥੋਂ ਲਊਗਾ? ਮਤਲਬ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਜਿਹੜੀਆਂ ਕਮੀਆਂ ਜਿਹੜੀਆਂ ਗਰਾਊਂਡ ਲੈਵਲ ਤੇ ਪ੍ਰੋਪਰ ਪ੍ਰੈਕਟੀਕਲੀ ਨਹੀਂ ਹੈਗੇ ਕਾਨੂੰਨ ਲਾਗੂ ਕਰਨੇ। ਉਹ ਕਾਨੂੰਨ ਪਹਿਲਾਂ ਬਿਨਾਂ ਸਲਾਹ ਕੀਤੇ ਇਦਾਂ ਦੇ ਕਾਨੂੰਨ ਉਹ ਦੇ ਫਰਮਾਨ ਦੇ ਦਿੱਤਾ ਜੀ ਵੀ ਇਦਾਂ ਹੀ ਲਾਗੂ ਹੋਣਾ, ਜਦ ਕਿ ਪ੍ਰੈਕਟੀਕਲੀ ਉਹਨਾਂ ਨੂੰ ਲਾਗੂ ਕਰਨਾ ਜਿਹੜਾ ਉਹ ਸੌਖਾ ਨਹੀਂ ਹੈਗਾ। ਸਰ, ਅਸੀਂ ਗੱਲ ਕਿਸਾਨ ਆਗੂ ਨੂੰ ਲੈ ਕੇ ਕੀਤੀ ਸੀਗੀ। ਅਸੀਂ ਕਿਸਾਨ ਆਗੂ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਵੀ ਗੱਲ ਕੀਤੀ। ਤੁਸੀਂ ਹੋਰ ਜਿਹੜਾ ਕੋਈ ਲੱਗਦਾ ਭਖਵਾਂ ਮੁੱਦਾ ਆ ਜਿਹੜਾ ਅਸੀਂ ਵਿਸਰ ਗਏ ਆ ਤੇ ਆਪ ਜੀ ਉੱਤੇ ਗੱਲ ਕਰਨੀ ਚਾਹੁੰਦੇ ਹੋ ਐਜ ਏ ਬੁੱਧੀਜੀਵੀ, ਐਜ ਏ ਇੱਕ ਸੋਸ਼ਲ ਵਰਕਰ, ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ, ਔਰ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿਵੇਂ ਤੁਸੀਂ ਕਾਨੂੰਨ ਦੀ ਗੱਲ ਕੀਤੀ ਆ, ਕੋਈ ਲੋਕਾਂ ਨੂੰ ਇਹ ਕੋਈ ਗੱਲ ਕਹਿਣੀ ਚਾਹੋ, ਕੋਈ ਸੰਦੇਸ਼ ਦੇਣਾ ਚਾਹੋ, ਉਹ ਜ਼ਰੂਰ ਸਾਡੇ ਲੋਕਾਂ ਦੇ ਨਾਲ ਸਾਂਝੀ ਕਰੋ ਮੌਜੂਦਾ ਹਾਲਾਤਾਂ ਨੂੰ ਲੈ ਕੇ ਔਰ ਕਿਸਾਨ ਅੰਦੋਲਨ। ਮੌਜੂਦਾ ਹਾਲਾਤ ਅੱਜ ਦੀ ਤਰੀਕ ਸਭ ਤੋਂ ਜ਼ਿਆਦਾ ਜਿਹੜਾ ਸੀਰੀਅਸ ਇਸ ਵੇਲੇ ਮਸਲਾ ਹੈਗਾ ਉਹ ਕਰੋਨਾ ਜੀ। ਇੱਕ ਪਹਿਲੀ ਵੇਵ ਅਸੀਂ ਦੇਖੀ, ਉਸ ਤੋਂ ਬਾਅਦ ਥੋੜਾ ਜਿਹਾ ਸ਼ਾਂਤ ਹੋਇਆ, ਲੇਕਿਨ ਜਿਹੜੀ ਦੂਸਰੀ ਹੁਣ ਵੇਵ ਚੱਲ ਰਹੀ ਹੈ ਉਹ ਜ਼ਿਆਦਾ ਖਤਰਨਾਕ ਹੈ, ਵਿੱਚ ਮੌਤਾਂ ਵੀ ਜ਼ਿਆਦਾ ਹੋ ਰਹੀਆਂ। ਲੇਕਿਨ ਪਹਿਲਾਂ ਲੋਕੀ ਓਵਰ ਕੌਸ਼ੀਅਸ ਸੀਗੇ ਜੀ, ਓਵਰ ਜ਼ਿਆਦਾ ਆਪਣੇ ਆਪ ਨੂੰ ਬਚਾ ਕੇ ਰੱਖਣਾ, ਹਰ ਤਰ੍ਹਾਂ ਦਾ ਪਰਹੇਜ਼ ਕਰਦੇ ਸੀ। ਲੇਕਿਨ ਹੁਣ ਅੱਜ ਦੀ ਤਰੀਕ 'ਚ ਜਿਹੜਾ ਇਹ ਹੈਗਾ ਪਰਹੇਜ਼ ਨਾਮ ਦਾ ਨਾ ਜਿਹੜਾ ਵਰਡ ਉਹ ਖਤਮ ਹੋ ਗਿਆ, ਅਵੇਸਲੇ ਹੋ ਗਏ ਆ, ਕੋਈ ਸੀਰੀਅਸਲੀ ਲੈ ਨਹੀਂ ਰਿਹਾ ਇਸ ਚੀਜ਼ ਨੂੰ। ਮੇਰੀ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਆ ਵੀ ਆਪਣੀ ਬਚਾਓ ਤੁਸੀਂ ਆਪ ਕਰਨਾ, ਮਾਸਕ ਲਾ ਕੇ ਰੱਖੋ, ਡਿਸਟੈਂਸ ਬਣਾ ਕੇ ਰੱਖੋ, ਇਹੀ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਆ। ਜਿਹੜੇ ਵੈਕਸੀਨੇਸ਼ਨ ਜਿਹੜੇ ਐਲੀਜੀਬਲ ਹੈਗੇ ਆ ਉਹ ਜ਼ਰੂਰ ਵੈਕਸੀਨੇਸ਼ਨ ਵੀ ਜ਼ਰੂਰ ਲਵਾਓ। ਦੇਖੋ ਇਹ ਪ੍ਰੋਬਲਮ ਸਾਡੀ ਆਪਣੀ ਸਾਰਿਆਂ ਦੀ ਸਾਂਝੀ ਆ, ਔਰ ਇਹਨੂੰ ਅਸੀਂ ਰਲ ਮਿਲ ਕੇ ਹੀ ਆਪਾਂ ਲੜ ਸਕਦੇ, ਇਕੱਲੀ ਸਰਕਾਰ ਵੀ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਰਲ ਕੇ ਸਹਿਯੋਗ ਕਰਕੇ ਇਸ ਬਿਮਾਰੀ ਤੋਂ ਜਿਹੜਾ ਉਹ ਨਿਜਾਤ ਪਾਉਣੀ ਚਾਹੀਦੀ ਹੈ। ਸਰ, ਕਰੋਨਾ ਦੀ ਗੱਲ ਕੀਤੀ, ਆਪਾਂ ਕੋਵਿਡ ਦੀ ਗੱਲ ਕਰ ਲਈਏ, COVID-19 ਦੀ ਗੱਲ ਕਰ ਲਈਏ ਥੋੜ੍ਹਾ ਜਿਹਾ, ਕਿਉਂਕਿ ਤੁਸੀਂ ਸਮਾਜ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦੇ ਹੋ ਅਤੇ ਤੁਹਾਨੂੰ ਵੱਖ-ਵੱਖ ਡਿਪਾਰਟਮੈਂਟ ਦੀ ਵੀ ਜਾਣਕਾਰੀ ਅਤੇ ਤੁਸੀਂ ਲੋਕਾਂ ਦੇ ਨਾਲ ਜਨਹਿਤ ਦੀ ਗੱਲ ਵੀ ਸਹਾਇਤਾ ਵੀ ਕਰਦੇ ਹੋ। ਪਿਛਲੇ ਦਿਨੀ ਕੋਵਿਸ਼ੀਲਡ ਜਿਹੜੀ ਵੈਕਸੀਨ ਜਿਹੜੀ ਆਈ ਆ, ਤੁਸੀਂ ਵੀ ਕਿਹਾ ਲਵਾਓ। ਅਸੀਂ ਇੱਕ ਮੈਡੀਕਲ ਮਾਹਿਰ ਜਿਹੜਾ ਗੱਲ ਕਰ ਸਕਦਾ, ਪਰ ਇੱਕ ਸਮਾਜ ਦੀ ਚਿੰਤਾ ਔਰ ਚਿੰਤਨ ਕਰਨ ਵਾਲੇ ਜਿਨ੍ਹਾਂ ਲੋਕਾਂ ਨੇ 2 ਡੋਜ਼ ਵੀ ਲੈ ਲਈਆਂ, ਉਹ ਵੀ ਕਈ ਇਸ ਚੀਜ਼ ਤੋਂ ਗ੍ਰਸਤ ਆ ਰਹੇ ਆ ਕਿ ਇਹਦੇ ਵਿੱਚ ਕੀ
ਤੁਹਾਨੂੰ ਲੱਗ ਰਿਹਾ ਵੀ ਕੀ ਕਾਰਨ ਹੋਊਗਾ? ਕਿਉਂਕਿ ਅਕਸਰ ਜਿਹੜੇ ਡਿਪਾਰਟਮੈਂਟ ਆ, ਹੈਲਥ ਡਿਪਾਰਟਮੈਂਟਾਂ ਜਾਂ ਹੋਰ ਸਰਕਾਰ ਦੇ ਨੁਮਾਇੰਦੇ ਆ, ਉਹ ਵੱਖ-ਵੱਖ ਸਮੇਂ ਤੇ ਦੱਸਦੇ, ਜਿਵੇਂ ਤੁਸੀਂ ਦੱਸਿਆ ਵੀ ਲੋਕ ਸਾਡੇ ਵੇਸਲੇ ਹੋ ਗਏ ਸੀਗੇ ਕਿਉਂਕਿ ਥੋੜ੍ਹਾ ਜਿਹਾ ਖਲਾਅ ਆਇਆ ਸੀ, ਥੋੜ੍ਹਾ ਜਿਹਾ ਰੁਕਾਅ ਆਇਆ ਸੀਗਾ, ਉਹਦੇ ਵਿੱਚ ਲੋਕਾਂ ਨੇ ਇਹ ਜਿਹੜੀਆਂ ਪ੍ਰੀਕਾਸ਼ਨਸ ਲੈਣੀਆਂ ਬੰਦ ਕਰ ਦਿੱਤੀਆਂ ਸੀ। ਪਰ ਹੁਣ ਪਹਿਲਾਂ ਨਾਲੋਂ 10 ਗੁਣਾ ਵੱਧ ਆ। ਬੇਸ਼ੱਕ ਸਾਡਾ ਡਿਪਾਰਟਮੈਂਟ ਬਹੁਤ ਵਧੀਆ ਕਰ ਰਿਹਾ ਸਾਰਾ ਕੁਝ, ਮਾਸਕ, ਸੈਨੀਟਾਈਜ਼, ਸੋਸ਼ਲ ਡਿਸਟੈਂਸ ਸਾਰੀਆਂ ਗੱਲਾਂ ਦੱਸ ਰਿਹਾ, ਪਰ ਲੋਕ ਵੇਸਲੇ ਹੋਣ ਦੇ ਨਾਲ ਇਹ ਇੱਕ ਨੁਕਸਾਨਦੇਹ ਆ। ਅਸੀਂ ਗੱਲ ਕੋਵਿਸ਼ੀਲਡ ਦੀ ਕਰਦੇ ਹਾਂ, ਜਿਹੜੇ ਵੈਕਸੀਨ ਆਈ ਆ ਉਹ ਲਵਾਉਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ, ਮੈਂ ਇੱਕ ਛੋਟਾ ਜਿਹਾ ਦੱਸਾਂ ਵੀ ਸਾਡੇ ਮਾਲਪੁਰ ਸੀਨੀਅਰ ਮੈਡੀਕਲ ਆਫੀਸਰ ਅਤੇ ਉਹਨਾਂ ਦੇ ਪਰਿਵਾਰ ਦੇ 5 ਮੈਂਬਰ 6 ਪਰਿਵਾਰ ਮੈਂਬਰ ਉਹ ਗ੍ਰਸਤ ਹੋ ਗਏ। ਇੱਕ ਮੈਡੀਕਲ ਜਿਹੜਾ ਰਿਪਰੈਜ਼ੈਂਟੇਟਿਵ ਉਹ ਵੀ ਹੋ ਗਿਆ। ਇਹਦੇ ਪਿੱਛੇ ਆਪਾਂ ਨੂੰ ਕੀ ਲੱਗ ਰਿਹਾ ਵੀ ਇਹ ਵੈਕਸੀਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਸਰਕਾਰ ਦੀ, ਜਾਂ ਕੀ ਇਹਦਾ ਕੀ ਕਾਰਨ ਹੋ ਸਕਦਾ, ਜਾਂ ਸਾਡੀ ਅਵੇਸਲ ਆਪਣਾ? ਨਹੀਂ ਦੇਖੋ, ਜਿਹੜਾ ਤਾਂ ਬਾਕੀ ਤੁਸੀਂ ਸਹੀ ਕਹਿ ਰਹੇ ਵੀ ਜਿਹਨਾਂ ਨੇ 2 ਡੋਜ਼ ਵੀ ਲੈ ਲਈਆਂ, ਤੇ ਉਹ 2 ਡੋਜ਼ ਲੱਗਦੀ, ਇੱਕ ਪਹਿਲੀ ਲੱਗਦੀ ਫਿਰ 28 ਦਿਨ ਬਾਅਦ ਦੂਸਰੀ ਡੋਜ਼ ਲੱਗਦੀ। ਜੀ ਬਿਲਕੁਲ। 2 ਡੋਜ਼ ਲੱਗਣ ਤੋਂ ਬਾਅਦ ਵੀ ਕੇਸਿਸ ਸਾਹਮਣੇ ਆਏ ਹੈ ਵੀ ਉਹਨਾਂ ਨੂੰ ਦੁਬਾਰਾ ਕਰੋਨਾ ਹੋ ਗਿਆ ਜੀ। ਉਹ ਬਿਲਕੁਲ ਸਹੀ ਹੈ, ਕਿਉਂਕਿ ਇਹ ਜਿਹੜਾ ਵੈਕਸੀਨ ਹੈ, ਚਾਹੇ ਇਹ ਹੈ ਚਾਹੇ ਫਾਈਜ਼ਰ ਦਾ, 3-4 ਕੰਪਨੀਆਂ ਜਿਨ੍ਹਾਂ ਦਾ ਆਇਆ ਹੈ, ਕਿਸੇ ਵੀ ਵੈਕਸੀਨ ਦੀ ਜਿਹੜੀ ਹੈ ਸਕਸੈਸ ਰੇਟ 100% ਨਹੀਂ ਹੈਗੀ ਜੀ। 100% ਨਹੀਂ ਹੈਗੀ। ਦਾ ਮਤਲਬ ਕੀ ਹੈ ਵੀ ਆਪਾਂ ਲੱਖਾਂ ਹੀ ਤਾਂ ਡੋਜ਼ਿਸ ਹੋ ਰਹੀਆਂ, ਤੇ ਵਿੱਚੋਂ ਜੇ ਚੰਦ ਕੇਸ ਇਸ ਤਰ੍ਹਾਂ ਦੇ ਆਉਂਦੇ ਆ ਦੁਬਾਰਾ, ਜਿਨ੍ਹਾਂ ਨੂੰ ਕਰੋਨਾ ਰੀਐਮਰਜ ਹੋ ਗਿਆ, ਜਿਨ੍ਹਾਂ ਦੇ ਕੋਲ ਦੁਬਾਰਾ ਉਹਨਾਂ ਦੀ ਬੋਡੀ 'ਚ ਐਂਟਰ ਕਰ ਗਿਆ, ਤਾਂ ਉਹ ਵੈਕਸੀਨ 'ਚ ਪ੍ਰੋਬਲਮ ਨਹੀਂ ਹੈਗੀ ਜੀ। ਵੈਕਸੀਨ ਦਾ ਜੋ ਰਿਜ਼ਲਟ ਆ ਉਹ ਇਹੀ ਦੱਸ ਰਿਹਾ ਵੀ 100% ਸਕਸੈਸਫੁਲ ਨਹੀਂ ਹੈ। ਫਿਰ ਵੀ ਆਪਣੇ ਆਪ ਨੂੰ ਜਿਹੜਾ ਉਹ ਵੈਕਸੀਨ ਜ਼ਰੂਰ ਲਗਵਾਉਣਾ ਚਾਹੀਦਾ, ਔਰ ਪ੍ਰੀਕਾਸ਼ਨ ਵੀ ਨਾਲ ਰੱਖਣੀਆਂ ਚਾਹੀਦੀਆਂ। ਦੋਸਤੋ, ਇਹ ਸਨ ਸਰਦਾਰ ਪਰਮਜੀਤ ਸਿੰਘ ਜੀ ਸਚਦੇਵਾ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਮਾਜ ਦੇ ਵਿੱਚ ਇੱਕ ਬਹੁਤ ਅਹਿਮ ਸਥਾਨ ਰੱਖਦੇ ਆ। ਇਹਨਾਂ ਦੀ ਪਰਸਨੈਲਿਟੀ ਨੂੰ ਡਿਫਾਈਨ ਕਰਨਾ ਕਈ ਵਾਰ ਸ਼ਬਦਾਂ ਦੇ ਗੇੜ 'ਚ ਨਹੀਂ ਆਉਂਦਾ, ਪਰ ਫਿਰ ਵੀ ਤੁਸੀਂ ਦੇਖਿਆ ਇਹਨਾਂ ਨੇ ਮੌਜੂਦਾ ਵੱਖ-ਵੱਖ ਭਖਵੇਂ ਮੁੱਦਿਆਂ ਤੇ ਕਿਸ ਤਰ੍ਹਾਂ ਆਪਣੀ ਦਲੀਲ ਦੇ ਕੇ ਉਹਨਾਂ ਮੁੱਦਿਆਂ ਦੇ ਸਮਾਧਾਨ ਲਈ ਗੱਲ ਕੀਤੀ ਆ, ਤੇ ਨਾਲ ਦੀ ਨਾਲ ਚਿੰਤਾ ਵੀ ਕੀਤੀ ਆ, ਔਰ ਇਹ ਵੀ ਕਿਹਾ ਵੀ ਇਹ ਕਿਸ ਤਰ੍ਹਾਂ ਇਹਨਾਂ ਦਾ ਹੱਲ ਹੋ ਸਕਦਾ। ਸੋ ਮੈਂ ਸਮਝਦਾ ਜਿਹੜੇ ਸਾਡੇ ਚੈਨਲ ਦੇ ਦਰਸ਼ਕ ਆ ਜਾਂ ਸਰੋਤੇ ਆ, ਉਹ ਇਹਨਾਂ ਦੀ ਗੱਲਬਾਤ ਤੋਂ ਜ਼ਰੂਰ ਸੇਧ ਲੈਣਗੇ ਔਰ ਕੋਸ਼ਿਸ਼ ਕਰਨਗੇ ਜਿਵੇਂ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਪ੍ਰੀਕਾਸ਼ਨ ਲੈਣ, ਸੈਨੀਟਾਈਜ਼ ਜਾਂ ਸੋਸ਼ਲ ਡਿਸਟੈਂਸਿੰਗ ਰੱਖਣ। BBC ਪੰਜਾਬ ਲਈ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ।